ਸਭ ਤੋਂ ਪਹਿਲਾਂ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਸਰਜੀਤ ਸਿੰਘ ਅਤੇ ਇਸ ਵਰਕਸ਼ਾਪ ਦੇ ਕਨਵੀਨਰ ਪ੍ਰੋਫੈਸਰ ਰਜਿੰਦਰਪਾਲ ਸਿੰਘ ਅਤੇ ਡਾਕਟਰ ਰਾਜਵਿੰਦਰ ਸਿੰਘ ਵਧਾਈ ਦੇ ਹੱਕਦਾਰ ਨੇ ਕਿ ਇਹਨਾਂ ਨੇ ਇੱਕ ਬਹੁਤ ਹੀ ਲੋੜੀਂਦਾ ਵਿਸ਼ਾ ਇਸ ਵਰਕਸ਼ਾਪ ਦੇ ਲਈ ਚੁਣਿਆ। ਨਾ ਕੇਵਲ ਵਿਸ਼ਾ ਚੁਣਿਆ ਬਲਕਿ ਇਸ ਵਿਸ਼ੇ ਦੇ ਉੱਤੇ ਕੰਮ ਕਰਨ ਵਾਲੇ ਵਿਦਵਾਨਾਂ ਦਾ ਜਿਹੜਾ ਲੈਕਚਰ ਨੇ ਇਸ ਵਰਕਸ਼ਾਪ ਦੇ ਵਿੱਚ ਰੱਖੇ ਨੇ। ਪਿਛਲੇ 3 ਦਿਨਾਂ ਤੋਂ ਮੈਂ ਕਿਸੇ ਬੜੇ ਇੰਪੋਰਟੈਂਟ ਅਸਾਈਨਮੈਂਟ ਦੇ ਵਿੱਚ ਬਿਜੀ ਸੀ। ਉਹ ਸਮਾਂ ਵੀ ਉਹੀ ਸੀਗਾ ਕਿ ਜਿਸ ਦੇ ਦੌਰਾਨ ਮੈਂ ਤੁਹਾਡੀ ਵਰਕਸ਼ਾਪ ਦਾ ਕਿਸੇ ਨੂੰ ਵੀ ਨਾ ਕਮੈਂਟ ਨਾ ਕੋਈ ਪੇਪਰ ਸੁਣ ਨਹੀਂ ਸਕਿਆ, ਪਰੰਤੂ ਫੀਡਬੈਕ ਮੈਂ ਲੈਂਦਾ ਰਿਹਾ ਤੇ ਜਿਸ ਤਰ੍ਹਾਂ ਦੀ ਫੀਡਬੈਕ ਮਿਲੀ ਹੈ ਉਹ ਇੰਨੀ ਚੰਗੀ ਫੀਡਬੈਕ ਇਸ ਵਰਕਸ਼ਾਪ ਦੇ ਲਈ ਪ੍ਰਾਪਤ ਹੋਈ, ਜਿਸ ਤੋਂ ਮੈਂ ਇੱਕ ਵਾਰ ਫਿਰ ਦੁਬਾਰਾ ਡਾਕਟਰ ਸਰਜੀਤ ਸਿੰਘ ਅਤੇ ਇਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਦਾ ਹੋਇਆ ਆਪਣੀ ਗੱਲ ਸ਼ੁਰੂ ਕਰਦਾ। ਜਿਸ ਤਰ੍ਹਾਂ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਜਿਹੜਾ ਥੀਮ ਹੈ ਗੁਰਬਾਣੀ ਟੀਕਾਕਾਰੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ, ਤੇ ਮੇਰਾ ਜਿਹੜਾ ਵਿਸ਼ਾ ਹੈ ਤੇ ਮੈਂ ਇਸ ਵਰਕਸ਼ਾਪ ਦੇ ਵਿਸ਼ੇ ਦੇ ਮੁਤਾਬਕ ਹੀ ਆਪਣਾ ਵਿਸ਼ਾ ਇਹ ਚੁਣਿਆ ਕਿ ਸ਼ਲੋਕਾਂ ਦੀ ਵਿਆਖਿਆ। ਇਸ ਸੰਬੰਧ ਦੇ ਵਿੱਚ ਜਿਹੜੇ ਸ਼ਲੋਕ ਨੇ ਗੁਰੂ ਮਹਾਰਾਜ ਦੇ ਇਸ ਪੇਪਰ ਦੇ ਜਾਂ ਅੱਜ ਦੀ ਇਸ ਵਾਰਤਾ ਦੇ 2 ਹਿੱਸੇ ਰੱਖੇ ਗਏ ਨੇ। ਪਹਿਲੇ ਹਿੱਸੇ ਦੇ ਵਿੱਚ ਹੁਣ ਤੱਕ ਸ਼ਲੋਕਾਂ ਦੀ ਜਿਹੜੀ ਟੀਕਾਕਾਰੀ ਹੈ ਉਹਦੇ ਬਾਰੇ ਗੱਲ ਕੀਤੀ ਜਾਵੇਗੀ, ਤੇ ਦੂਸਰੇ ਭਾਗ ਦੇ ਵਿੱਚ ਸ਼ਲੋਕਾਂ ਦੀ ਵਿਆਖਿਆ ਨਾਲ ਸੰਬੰਧਿਤ ਅਜੋਕੀਆਂ ਅੰਤਰ ਦ੍ਰਿਸ਼ਟੀਆਂ ਦੇ ਸੰਦਰਭ ਦੇ ਵਿੱਚ ਆਪਾਂ ਗੱਲ ਕਰਾਂਗੇ। ਤੇ ਜੇ ਮੈਂ ਗੱਲ ਕਰਾਂ ਕਿ ਜਿਹੜਾ ਸਾਡਾ ਅੱਜ ਦੀ ਇਸ ਵਾਰਤਾ ਹੈ ਇਹਦੇ ਮੁੱਖ ਆਬਜੈਕਟਿਵ ਜਿਹੜੇ ਹੋਣਗੇ, ਨੰਬਰ 1 ਕਿ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਦੀ ਵਿਆਖਿਆ ਦੇ ਮੁੱਖ ਆਧਾਰ ਕਿਹੜੇ ਨੇ। ਦੂਸਰਾ, ਗੁਰਬਾਣੀ ਟੀਕਾਕਾਰੀ ਅਤੇ ਵਿਆਖਿਆ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਲਈ ਵਰਤੀਆਂ ਜਾਂਦੀਆਂ ਵਿਧੀਆਂ ਦਾ ਮੁਲਾਂਕਣ ਕਰਨਾ। ਤੀਸਰਾ, ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਦੀ ਅਜੋਕੇ ਸੰਦਰਭ ਦੇ ਵਿੱਚ ਵਿਆਖਿਆ ਕਰਨ ਲਈ ਨਵੀਆਂ ਅੰਤਰ ਦ੍ਰਿਸ਼ਟੀਆਂ ਦੀ ਖੋਜ ਕਰਨੀ। ਚੌਥਾ, ਗੁਰਬਾਣੀ ਟੀਕਾਕਾਰੀ ਅਤੇ ਗੁਰਬਾਣੀ ਵਿਆਖਿਆ। ਮੈਂ ਇਹ ਗੱਲ ਕਹੀ ਸੀ ਕਿ ਜਿਹੜਾ ਵਰਕਸ਼ਾਪ ਦਾ ਜੋ ਮੇਨ ਥੀਮ ਹੈ ਗੁਰਬਾਣੀ ਟੀਕਾਕਾਰੀ ਤੇ ਵਿਆਖਿਆ, ਜਦੋਂ ਅਸੀਂ ਇਹਨਾਂ ਦੋਨਾਂ ਦੇ ਅੰਤਰ ਸੰਬੰਧਾਂ ਦੀ ਗੱਲ ਕਰਾਂਗੇ ਤਾਂ ਫਿਰ ਆਉਣ ਵਾਲੇ ਵਿਦਵਾਨਾਂ ਦੇ ਲਈ ਜਾਂ ਇਸ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਸਕਾਲਰਸ ਨੇ ਉਹਨਾਂ ਦੇ ਲਈ ਅਸੀਂ ਕੁਝ ਨਾ ਕੁਝ ਅੰਤਰ ਦ੍ਰਿਸ਼ਟੀਆਂ ਦੀ ਇਸ ਪੇਪਰ ਦੇ ਵਿੱਚ ਖੋਜਣ ਦੀ ਗੱਲ ਕਰਾਂਗੇ। ਤੇ ਜਿਹੜਾ ਮੁੱਖ ਮਸਲਾ ਹੈ, ਬੇਸਿਕ ਜਿਹੜਾ ਪ੍ਰਸ਼ਨ ਹੈ ਉਹ ਇਹ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਲੋਕਾਂ ਦੀ ਟੀਕਾਕਾਰੀ ਅਤੇ ਵਿਆਖਿਆ ਦਾ ਜਦੋਂ ਅਸੀਂ ਅਧਿਐਨ ਕਰਦੇ ਹਾਂ ਜਾਂ ਸਰਵੇਖਣ ਕਰਦੇ ਹਾਂ, ਉਹਦੇ ਨਾਲ ਇੱਕ ਪ੍ਰਸ਼ਨ ਸਾਡੇ ਸਾਹਮਣੇ ਆਉਂਦਾ ਹੈ ਕਿ ਕੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਸ਼ਲੋਕ ਆਪਣੇ ਪਰਿਵਾਰ, ਖਾਸ ਕਰਕੇ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਨੂੰ ਉਦੋਂ ਪਹਿਲਾ ਨਾਮ ਗੋਬਿੰਦ ਰਾਏ ਹੈ, ਉਹਨਾਂ ਦੇ ਲਈ ਲਿਖੇ ਸੀ, ਜਾਂ ਇਹਨਾਂ ਸ਼ਲੋਕਾਂ ਦਾ ਕੋਈ ਅਧਿਆਤਮਕ ਪ੍ਰਸੰਗ ਵੀ ਬਣਦਾ। ਤੇ ਇਸ ਪ੍ਰਸ਼ਨ ਨੂੰ ਖੋਜਣ ਦੇ ਲਈ ਜਿਹੜੇ ਆਪਾਂ ਮੈਥਡੋਲੋਜੀ ਦੀ ਗੱਲ ਕਰਾਂਗੇ, ਕਿਉਂਕਿ ਵਰਕਸ਼ਾਪ ਦੇ ਵਿੱਚ 1 ਘੰਟਾ ਬੋਲਣਾ ਤੇ 1 ਘੰਟੇ ਦੇ ਲਈ ਆਪਣੀ ਵਾਰਤਾ ਨੂੰ ਸੀਮਿਤ ਕਰਨ ਦੇ ਲਈ ਅਸੀਂ ਇਹ ਗੱਲ ਕਹਿੰਦੇ ਆ ਕਿ ਮੁੱਖ ਜਿਹੜੇ ਟੀਕੇ ਨੇ ਉਹ 3 ਟੀਕੇ ਸਾਡੇ ਸਾਹਮਣੇ ਨੇ। ਇੱਕ ਫਰੀਦਕੋਟ ਟੀਕਾ ਜਿਹਨੂੰ ਬਚਨ ਸਿੰਘ ਦਾ ਟੀਕਾ, ਦੂਸਰਾ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਟੀਕਾ, ਤੇ ਤੀਸਰਾ ਭਾਈ ਵੀਰ ਸਿੰਘ ਜੀ ਵਾਲਾ ਟੀਕਾ। ਅੰਗਰੇਜ਼ੀ ਵਾਲੇ ਟੀਕੇ ਮੈਂ ਇਸ ਵਾਰਤਾ ਦੇ ਵਿੱਚ ਸ਼ਾਮਲ ਨਹੀਂ ਕਰ ਰਿਹਾ। ਤੇ ਜਦੋਂ ਅਸੀਂ ਭਾਈ ਵੀਰ ਸਿੰਘ ਦੇ ਟੀਕੇ ਦੀ ਗੱਲ ਕਰਦੇ ਹਾਂ ਉਹ ਸ਼ਲੋਕਾਂ ਤੱਕ ਸੰਪੂਰਨ ਨਹੀਂ ਸੀ, ਤੇ ਇਸ ਕਰਕੇ ਅਸੀਂ 2 ਜਿਹੜੇ ਮੁੱਖ ਟੀਕੇ ਨੇ, ਇੱਕ ਫਰੀਦਕੋਟੀ ਟੀਕਾ ਤੇ ਦੂਸਰਾ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਉਹਦੇ ਤੇ ਆਪਣੀ ਗੱਲ ਆਪਾਂ ਕੇਂਦਰਿਤ ਕਰਾਂਗੇ। ਤੇ ਆਧਾਰ ਹਵਾਲੇ ਦੇ ਵਜੋਂ ਮਹਾਕਵੀ ਜਾਂ ਕਵੀ ਜਿਨ੍ਹਾਂ ਨੂੰ ਚੂੜਾਮਣੀ ਭਾਈ ਸੰਤੋਖ ਸਿੰਘ, ਉਹਨਾਂ ਦੀ ਜਿਹੜੀ ਕਿਰਤ ਹੈ ਗੁਰੂ ਪ੍ਰਤਾਪ ਸੂਰਜ ਗ੍ਰੰਥ, ਇਹਨੂੰ ਅਸੀਂ ਇੱਕ ਆਧਾਰ ਹਵਾਲੇ ਦੇ ਤੌਰ ਤੇ ਲਵਾਂਗੇ।
ਤੇ ਜਿਹੜੇ ਖੁਜਾਰਥੀਆਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ, ਸਭ ਤੋਂ ਪਹਿਲਾਂ ਆਪਾਂ ਜਿਹੜੇ ਸ਼ਲੋਕ ਨੇ ਇਹਨਾਂ ਦੀ ਬਣਤਰ ਦੇ ਬਾਰੇ ਗੱਲ ਕਰੀਏ। ਜਿਹੜਾ ਸਟਰਕਚਰ ਹੈ ਇਹਨਾਂ ਦਾ, ਜਿਨ੍ਹਾਂ ਨੂੰ ਅਸੀਂ ਸ਼ਲੋਕ ਮਹੱਲਾ 9ਵਾਂ ਦੇ ਸਿਰਲੇਖ ਅਧੀਨ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ 57 ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਨਾ ਨੰਬਰ 1427 ਤੇ 1429 ਤੇ ਦਰਜ ਨੇ। ਇਹ ਮਦਾਵਨੀ ਤੋਂ ਪਹਿਲਾਂ ਆਉਂਦੇ ਨੇ ਤੇ ਅਖੀਰ ਦੇ ਵਿੱਚ ਮਦਾਵਨੀ ਹੈ ਤੇ ਫਿਰ ਰਾਗਮਾਲਾ, ਤੇ ਇਸ ਲਿਹਾਜ਼ ਦੇ ਨਾਲ ਇਹ ਸ਼ਲੋਕ ਅਖੀਰਲੀ ਬਾਣੀ ਕਹੇ ਜਾ ਸਕਦੇ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਇਹ ਬਾਣੀ ਹੈ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮਾ ਸਾਹਿਬ ਵਿਖੇ ਜਦੋਂ ਬੀੜ ਨੂੰ ਸੰਪੂਰਨ ਕੀਤਾ, ਉਦੋਂ ਇਹ ਬਾਣੀ ਉਹਨਾਂ ਨੇ ਚੜਾਈ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਲੋਕਾਂ ਦੀ ਟੀਕਾਕਾਰੀ ਅਤੇ ਵਿਆਖਿਆ ਦਾ ਜਦੋਂ ਅਸੀਂ ਅਧਿਐਨ ਦੀ ਗੱਲ ਕਰਦੇ ਹਾਂ, ਜਾਂ ਜਿਹੜਾ ਅੱਜ ਦਾ ਵਿਸ਼ਾ ਹੈ, ਇਹ ਵਿਸ਼ਾ ਚੁਣਨ ਦੇ ਦੋ ਮੁੱਖ ਕਾਰਨ ਨੇ। ਪਹਿਲਾ ਕਾਰਨ ਇਹ ਹੈ ਕਿ ਅਖੀਰਲੀ ਬਾਣੀ ਹੋਣ ਕਰਕੇ ਸ਼ਲੋਕਾਂ ਵਿੱਚ ਗੁਰਬਾਣੀ ਦੇ ਭਾਵ ਨੂੰ ਸਮਝਿਆ ਜਾ ਸਕਦਾ ਹੈ। ਦੂਸਰਾ, ਸ਼ਲੋਕ ਇੱਕ ਅਜਿਹਾ ਕਾਵਿ ਰੂਪ ਹੈ ਜਿਸ ਰਾਹੀਂ ਵਿਚਾਰ ਸਪਸ਼ਟ ਅਤੇ ਸਿੱਧੇ ਰੂਪ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਤੇ ਸ਼ਲੋਕ ਸਾਡੇ ਲੋਕ ਵੇਦ ਦਾ, ਜਿਹਨੂੰ ਅਸੀਂ ਲੋਕਧਾਰਾ ਕਹਿੰਦੇ ਹਾਂ, ਇਹਦਾ ਵੀ ਬੜਾ ਮਹੱਤਵਪੂਰਨ ਅੰਗ ਰਹੇ ਨੇ। ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੰਪੂਰਨ ਹੁੰਦਾ ਤੇ ਇਹਨਾਂ ਨੂੰ ਅਸੀਂ ਭੋਗ ਦੇ ਸਮੇਂ ਪੜ੍ਹੇ ਜਾਣ ਵਾਲੇ ਜਿਹੜੇ ਸ਼ਲੋਕ ਨੇ, ਇਹਨਾਂ ਨੂੰ ਸੰਗਤ ਪੂਰੀ ਦਿਲਚਸਪੀ ਦੇ ਨਾਲ ਸੁਣਦੀ ਹੈ। ਸੋ ਇਸ ਕਰਕੇ ਸਾਡਾ ਇਹ ਫਰਜ਼ ਬਣਦਾ ਕਿ ਇਹਨਾਂ ਸ਼ਲੋਕਾਂ ਦੇ ਬਾਰੇ ਜੋ ਹੁਣ ਤੱਕ ਟੀਕਾਕਾਰੀ ਹੋਈ ਹੈ, ਔਰ ਟੀਕਾਕਾਰੀ ਦੇ ਨਾਲ ਜਿਹੜੀ ਵਿਆਖਿਆ, ਇਹਨਾਂ ਦੇ ਅੰਤਰ ਸੰਬੰਧਾਂ ਦੀ ਅਸੀਂ ਖੋਜ ਕਰੀਏ। ਹੁਣ ਆਪਾਂ ਪਹਿਲੇ ਭਾਗ ਦੀ ਗੱਲ, ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਦੋ ਟੀਕੇ ਲੈ ਕੇ ਤੇ ਫਿਰ ਅਸੀਂ ਵਿਆਖਿਆ ਦੇ ਬਾਰੇ ਗੱਲ ਕਰਾਂਗੇ। ਜੋ ਮੈਂ ਸਾਰ ਜਾਂ ਕਨਕਲੂਜਨ ਦੇ ਰੂਪ ਦੇ ਵਿੱਚ ਗੱਲ ਅਖੀਰ ਦੇ ਵਿੱਚ ਕਰਨੀ ਸੀ, ਮੈਂ ਉਹ ਗੱਲ ਸ਼ੁਰੂ ਦੇ ਵਿੱਚ ਆਪਣੀ ਰਾਏ ਤੁਹਾਡੇ ਨਾਲ ਸਾਂਝੀ ਕਰਾਂਗਾ, ਤਾਂ ਕਿ ਤੁਸੀਂ ਪੂਰੀ ਵਾਰਤਾ ਨੂੰ ਉਸ ਪ੍ਰਸੰਗ ਦੇ ਵਿੱਚ ਸੁਣ ਸਕੋ। ਤੇ ਮੇਰੀ ਜਿਹੜੀ ਆਪਣੀ ਰਾਏ ਹੈ ਉਹ ਇਹ ਹੈ ਕਿ ਸਿੱਖ ਪਰੰਪਰਾ ਵਿੱਚ ਗੁਰਬਾਣੀ ਦੀ ਟੀਕਾਕਾਰੀ ਅਤੇ ਵਿਆਖਿਆ ਕਥਾ ਦੇ ਨਾਲ ਜੁੜੀ ਹੋਈ ਹੈ। ਇਹ ਬੜੀ ਇੰਪੋਰਟੈਂਟ ਗੱਲ ਹੈ। ਜਦੋਂ ਅਸੀਂ ਵਿਆਖਿਆ ਦੀ ਗੱਲ ਕਰਦੇ ਹਾਂ ਤਾਂ ਵਿਆਖਿਆ ਸ਼ਬਦ ਉਹਨਾਂ ਸਾਡੀ ਪਰੰਪਰਾ ਦੇ ਵਿੱਚ ਜਾਂ ਸਿੱਖ ਪਰੰਪਰਾ ਦੇ ਵਿੱਚ ਪ੍ਰਚਲਿਤ ਨਹੀਂ ਹੈ, ਤੇ ਜਿੰਨਾ ਕਥਾ ਪ੍ਰਚਲਿਤ ਹੈ। ਤੇ ਕਥਾ ਨਾਲ ਜੁੜੀ ਹੋਣ ਕਰਕੇ ਗੁਰਬਾਣੀ ਦੀ ਜਿਹੜੀ ਸਿਧਾਂਤਕ ਵਿਆਖਿਆ ਦੇ ਲਈ ਜੋ ਯਤਨ ਹੋਣੇ ਚਾਹੀਦੇ ਸੀ, ਉਹ ਨਹੀਂ ਹੋ ਰਹੇ। ਕਥਾ ਇੱਕ ਬੀਤਿਆ ਵਰਤਾਂਤ ਹੁੰਦਾ ਹੈ, ਜਦੋਂ ਕਿ ਵਿਆਖਿਆ ਵਰਤਮਾਨ ਨੂੰ ਐਡਰੈਸ ਕਰਦੀ ਹੈ। ਤੇ ਗੁਰਬਾਣੀ ਵਿਆਖਿਆ ਸਿਧਾਂਤਕ ਨਾ ਹੋ ਕੇ ਕਥਾ ਮੂਲਕ ਹੋ ਗਈ ਹੈ। ਤੇ ਇਸ ਕਰਕੇ ਜਦੋਂ ਮੈਂ ਇਹ ਗੱਲ ਕਰਨਾ ਕਿ ਕਥਾ ਮੂਲਕ ਹੋ ਗਈ ਹੈ ਜਾਂ ਕਥਾ ਤੇ ਆਧਾਰਿਤ ਹੈ, ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਕਥਾ ਨੂੰ ਆਪਣੇ ਵੱਲੋਂ ਕੋਈ ਅਹਿਮੀਅਤ ਨਹੀਂ ਦੇ ਰਿਹਾ। ਕਥਾ, ਜਿਸ ਤਰ੍ਹਾਂ ਅਸੀਂ ਸੰਪਰਦਾਇਕ ਕਥਾ ਜਾਂ ਪਰੰਪਰਾਗਤ ਤਰੀਕੇ ਦੇ ਤੌਰ ਤੇ ਜਿਹੜੀ ਉਹ ਕਥਾ ਹੈ, ਉਹ ਹੁੰਦੀ ਰਹਿਣੀ ਚਾਹੀਦੀ ਹੈ, ਤਾਂ ਕਿ ਉਹ ਜਿਹੜਾ ਸਰੂਪ ਹੈ, ਜਿਹੜਾ ਟਕਸਾਲੀ ਸਰੂਪ ਗੁਰਬਾਣੀ ਕਥਾ ਦਾ, ਉਹ ਸਾਡੇ ਕੋਲੇ ਉਸੇ ਤਰ੍ਹਾਂ ਨਿਰੰਤਰ ਚੱਲਦਾ ਰਹੇ। ਜਿਸ ਤਰ੍ਹਾਂ ਯਹੂਦੀ ਪਰੰਪਰਾ ਦੇ ਵਿੱਚ ਕਾਬੂਲਾ ਦੀ ਇੱਕ ਬੜੀ ਰਿਚ ਟ੍ਰੈਡੀਸ਼ਨ ਹੈ। ਤੋਂ ਇਸ ਕਰਕੇ ਜਿਹੜੀਆਂ ਗੁਰਬਾਣੀ ਦੇ ਜਿਹੜੇ ਕਥਾ ਪ੍ਰਣਾਲੀਆਂ ਨੇ ਜਾਂ ਟਕਸਾਲੀ ਜਾਂ ਪਰੰਪਰਾਗਤ ਕਥਾ, ਉਹ ਵੀ ਚੱਲਦੀ ਰਹਿਣੀ ਚਾਹੀਦੀ ਹੈ। ਪਰ ਜਿਹੜਾ ਸਾਡਾ ਮੁੱਖ ਪ੍ਰਸ਼ਨ ਹੈ ਕਿ ਗੁਰਬਾਣੀ ਦੀ ਜਿਹੜੀ ਸਿਧਾਂਤਕ ਵਿਆਖਿਆ ਤੇ ਉਸ ਵਿਆਖਿਆ ਦੇ ਮੁਤਾਬਕ ਜਿਹੜੀਆਂ ਅੱਜ ਦੇ ਸਮੇਂ ਦੀਆਂ ਸਮੱਸਿਆਵਾਂ ਨੇ, ਅਸੀਂ ਉਹਨਾਂ ਨੂੰ ਕਿਵੇਂ ਐਡਰੈਸ ਹੋਈਏ, ਇਹਦੇ ਤੇ ਅਸੀਂ ਘੱਟ ਕੰਸੈਂਟਰੇਟ ਹੁੰਦੇ ਹਾਂ। ਤੇ ਇਸੇ ਕਰਕੇ ਇਹ ਗੱਲ ਵੀ ਜਦੋਂ ਆਮ ਸਿੱਖ ਇਕੱਠੇ ਹੁੰਦੇ ਨੇ ਤਾਂ ਇਹ ਮਸਲਾ ਸਾਡੇ ਸਾਹਮਣੇ ਆਉਂਦਾ ਕਿ ਸਿੱਖ ਗੁਰੂ ਨੂੰ ਤਾਂ ਮੰਨਦੇ ਨੇ ਪਰ ਗੁਰੂ ਦੀ ਨਹੀਂ ਮੰਨਦੇ। ਭਾਵ ਗੁਰਬਾਣੀ ਦੀ ਜਿਹੜੀ ਐਪਲੀਕੇਸ਼ਨ ਵਾਲਾ ਜਿਹੜਾ ਪੱਖ ਹੈ, ਅਪਲਾਈਡ ਪੱਖ ਦੇ ਵਿੱਚ ਜਦੋਂ ਅਸੀਂ ਓਬਜ਼ਰਵ ਕਰਦੇ ਹਾਂ, ਕਿਉਂਕਿ ਮੈਂ ਸੋਸ਼ੀਓਲੋਜੀ ਦਾ ਸਟੂਡੈਂਟ ਵੀ ਰਿਹਾ, ਤੇ ਜਦੋਂ ਅਸੀਂ ਇਸ ਕਿਸਮ ਦੀ ਓਬਜ਼ਰਵੇਸ਼ਨ ਕਰਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਹਿਣੀ ਅਤੇ ਕਥਨੀ ਦੇ ਵਿੱਚ ਜਾਂ ਸਿੱਖ ਸਮੁਦਾਇ ਦੇ ਵਿੱਚ ਇਹ ਨਹੀਂ ਕਿ ਗੁਰਸਿੱਖੀ ਜੀਵਨ ਜਿਉਣ ਵਾਲੇ ਬੰਦੇ ਘੱਟ ਨੇ, ਬਹੁਤ ਬੰਦੇ ਨੇ,
परंतु जिस किस्म का गुरु महाराज ने बाणी दे राही एक विलखण किस्म का इंसान सिरजिया सी, उस इंसान का जिहड़ा जीवन है गुरबाणी दे आधारित हुंदा। ये एक समस्या ना केवल अकादमिक पद्धर ते बल्कि एक समुदाय के पद्धर ते या एक जिन्होंने असी मैं अपने भाषा दे विच पंथ कह सकते हैं। ये पंथ पोलीटिकल नहीं है, ये वो सिख पंथ जिहड़ा गुरु नानक पातशाह ने साजे उस पद्धर ते भी ये समस्या साडे सामने आउंदी है। ते हुण जदों असी व्याख्या की गल करते हैं तो व्याख्या के उत्ते टीकिਆਂ का प्रभाव है। जदों टीका एक गल संकल्प के तौर पर असी पहला स्पष्ट हो जाइए, अंग्रेजी दे विच खास करके क्रिश्चियन ट्रेडिशन दे विच दो शब्द प्रचलित ने, एक एग्जिस्टेंस ते दूसरा इंटरप्रिटेशन। जदों असी पंजाब दी जां सिखां दी गल करदे हां, तुसी किसी भी पढ़े लिखे विद्वान तो खास यूनिवर्सिटी पद्धर का जिहड़ा स्कॉलर है ਉਹਦੇ ਤੋਂ ਤੁਸੀਂ ਇਹ ਸਵਾਲ ਕਰੋਗੇ ਕਿ ਟੀਕਾਕਾਰੀ ਤੇ ਵਿਆਖਿਆ ਦੇ ਵਿੱਚ ਕੀ ਅੰਤਰ ਹੈ, ਸ਼ਾਇਦ ਬਹੁਤ ਘੱਟ ਲੋਕ ਹੋਣਗੇ ਜਿਹੜੇ ਇਸ ਗੱਲ ਨੂੰ ਸਪਸ਼ਟ ਕਰ ਸਕਣਗੇ ਜਾਂ ਇਹਦਾ ਸਹੀ ਉੱਤਰ ਦੇਣਗੇ। ਜਦੋਂ ਅਸੀਂ ਗੱਲ ਕਰਾਂਗੇ ਕਿ ਟੀਕਾਕਾਰੀ ਜਾਂ ਐਕਸੀਜੀਸਿਸ, ਉਹ ਬੇਸਿਕਲੀ ਜੋ ਸਾਡੀ ਸਕ੍ਰਿਪਚਰ ਹੈ ਉਹਦੇ ਅਰਥਾਂ ਨੂੰ ਸਮਝਾਉਣ ਦੇ ਲਈ, ਜਿੱਦਾਂ ਅਸੀਂ ਕਹਿੰਦੇ ਕਿ ਜੋ ਉਹਦੇ ਵਿੱਚ ਅਰਥ ਨੇ ਉਹਨਾਂ ਨੂੰ ਸਮਝਾਉਣ ਦੇ ਲਈ ਉਹਦੀ ਵਰਤੋਂ ਕੀਤੀ ਜਾਂਦੀ ਹੈ। ਤੇ ਜਦੋਂ ਇੰਟਰਪ੍ਰੀਟੇਸ਼ਨ ਦੀ ਗੱਲ ਕਰਦੇ ਹਾਂ, ਵਿਆਖਿਆ, ਤੇ ਇੰਟਰਪ੍ਰੀਟੇਸ਼ਨ ਦੇ ਵਿੱਚ ਜਿਹੜੀਆਂ ਵੱਖ-ਵੱਖ ਵਿਧੀਆਂ ਦੇ ਨਾਲ ਖਾਸ ਕਰਕੇ ਜਿਹੜੇ ਉਹਦੇ ਬਾਣੀ ਦੇ ਪਾਠ ਕਰਨ ਵਾਲੇ ਜਾਂ ਟੈਕਸਟ ਦਾ ਪਾਠ ਕਰਨ ਵਾਲੇ ਜਿਹੜੇ ਸਕਾਲਰ ਨੇ ਉਹ ਆਪਣੇ ਤੌਰ ਤੇ ਉਹਦੀ ਵਿਆਖਿਆ ਕਰਦੇ ਨੇ ਜਾਂ ਵਿਆਖਿਆ ਦੇ ਨਾਲ ਜਿਹੜੀਆਂ ਸਾਡੀਆਂ ਮੌਜੂਦਾ ਜਾਂ ਸਮਕਾਲ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਐਡਰੈਸ ਹੁੰਦੇ ਨੇ। ਤੇ ਜਦੋਂ ਅਸੀਂ ਗੁਰਬਾਣੀ ਵਿਆਖਿਆ ਦੀ ਗੱਲ ਕਰਦੇ ਹਾਂ ਤਾਂ ਗੁਰਬਾਣੀ ਵਿਆਖਿਆ ਦੇ ਉੱਤੇ ਟੀਕਾਕਾਰੀ ਦਾ ਬਹੁਤ ਪ੍ਰਭਾਵ ਹੈ ਤੇ ਪ੍ਰਭਾਵ ਹੁੰਦਾ ਵੀ ਹੈ। ਕਿਉਂ? ਕਿਉਂਕਿ ਟੀਕੇ ਨੂੰ ਅਸੀਂ ਇੱਕ ਬੜਾ ਭਰੋਸੇਯੋਗ ਸੋਰਸ ਮੰਨਦੇ ਹਾਂ। ਅਸਲੀ ਜਿਹੜੀ ਉਹਦੇ ਤੇ ਸ਼ਰਤ ਇਹੀ ਹੁੰਦੀ ਹੈ ਕਿ ਉਹਨੇ ਜੋ ਟੈਕਸਟ ਦੇ ਅਰਥ ਨੇ ਉਹ ਸਾਨੂੰ ਸਮਝਾਉਂਦੇ ਨੇ। ਤੇ ਜਦੋਂ ਅਸੀਂ ਟੀਕਾਕਾਰੀ ਦੀ ਗੱਲ ਕਰਦੇ ਹਾਂ ਤਾਂ ਟੀਕਾਕਾਰੀ ਜਿਹੜੀ ਹੈਗੀ ਆ ਇਹਦੇ ਵਿੱਚ ਖਾਸ ਕਰਕੇ ਸ਼ਲੋਕਾਂ ਦੀ ਟੀਕਾਕਾਰੀ, ਤਾਂ ਇਹਦਾ ਟੀਕਾਕਾਰੀ ਦਾ ਜਿਹੜਾ ਆਧਾਰ ਹੈ ਉਹ ਇਤਿਹਾਸਿਕ ਘਟਨਾਵਾਂ ਨੂੰ ਬਣਾ ਲਿਆ। ਜਦੋਂ ਅਸੀਂ ਗੱਲ ਕਰਦੇ ਹਾਂ ਇੰਟਰਪ੍ਰੀਟੇਸ਼ਨ ਦੇ ਵਿੱਚ ਤਾਂ ਹਿਸਟੋਰੀਕਲ ਮੈਥਡੋਲੋਜੀ ਡਿਫਰੈਂਟ ਮੈਥਡੋਲੋਜੀਜ਼ ਦੇ ਵਿੱਚ ਇੱਕ ਮੈਥਡ ਹੈ। ਜਿੱਦਾਂ ਅਸੀਂ ਗੱਲ ਕਰ ਲਈਏ ਹਿਸਟੋਰੀਕਲ ਕੰਟੈਕਸਟ ਹੈ, ਫਿਲੋਸਫੀਕਲ ਹੈ, ਸਾਈਕੋਲੋਜੀਕਲ ਹੈ ਤੇ ਜਾਂ ਲਿੰਗੁਇਸਟਿਕਲ ਫਿਲੋਜੀਕਲ ਜਿਹੜੇ ਹੈਗੇ ਕੰਸਰਨਸ, ਅਸੀਂ ਉਹਨਾਂ ਦੀ ਬਜਾਏ ਜਿਹੜੀ ਸਾਡੀ ਟੀਕਾਕਾਰੀ ਹੈ, ਖਾਸ ਕਰਕੇ ਮੈਂ ਜਿਵੇਂ ਦੁਬਾਰਾ ਫੇਰ ਉਸ ਗੱਲ ਤੇ ਜ਼ੋਰ ਦਿੰਦਾ ਕਿ ਇਹਨੂੰ ਅਸੀਂ ਆਧਾਰ ਬਣਾ ਲਿਆ ਇਤਿਹਾਸਿਕ ਘਟਨਾਵਾਂ ਨੂੰ। ਜਦੋਂ ਗੁਰਬਾਣੀ ਦੀ ਅਸੀਂ ਗੱਲ ਕਰਦੇ ਹਾਂ ਤੇ ਗੁਰਬਾਣੀ ਹੈਗੀ ਹੈ ਕਾਲ ਦੀਆਂ ਸੀਮਾਵਾਂ ਤੋਂ ਪਾਰ। ਇਸੇ ਕਰਕੇ ਅਸੀਂ ਨੇ ਧੁਰ ਦੀ ਬਾਣੀ ਕਹਿੰਦੇ ਹਾਂ, ਧੁਰਕੀ ਬਾਣੀ। ਧੁਰਕੀ ਬਾਣੀ ਦਾ ਮਤਲਬ ਵੀ ਜਿਹੜਾ ਸਮੇਂ ਤੇ ਸਥਾਨ ਦੀਆਂ ਜਿਹੜੀਆਂ ਸੀਮਾਵਾਂ ਤੋਂ ਪਾਰ ਦੇ ਜਿਹੜੇ ਅਰਥ ਨੇ ਗੁਰਬਾਣੀ ਸਾਨੂੰ ਸਮਝਾਉਂਦੀ ਹੈ। ਤੇ ਗੁਰਬਾਣੀ ਸੱਚਾ ਸੰਦੇਸ਼ ਹੈ। ਕਿਉਂ ਸੱਚਾ ਸੰਦੇਸ਼ ਹੈ? ਕਿਉਂਕਿ ਬਾਣੀ ਸਤਿਗੁਰ ਵੱਲੋਂ ਉਚਾਰੀ ਗਈ ਹੈ ਤੇ ਸਿੱਖ ਰਵਾਇਤ ਵਿੱਚ ਗੁਰਬਾਣੀ ਨੂੰ ਜੁਗੋ ਜੁਗ ਅਟਲ ਮੰਨਿਆ ਗਿਆ ਤੇ ਬਾਣੀ ਦੀ ਅਟਲਤਾ ਇਸ ਨੂੰ ਸਰਵਕਾਲੀ ਬਣਾਉਂਦੀ ਹੈ। ਤੇ ਗੁਰਬਾਣੀ ਤੇ ਸਮੇਂ ਅਤੇ ਸਥਾਨ ਦੀਆਂ ਜਿਹੜੀਆਂ ਪਾਬੰਦੀਆਂ ਨੇ ਜਿਨ੍ਹਾਂ ਦੇ ਬਾਰੇ ਮੈਂ ਪਹਿਲਾਂ ਗੱਲ ਕੀਤੀ ਹੈ ਉਹਨਾਂ ਦੀ ਮਥਾਜ ਨਹੀਂ ਹੈ, ਪਰੰਤੂ ਗੁਰਬਾਣੀ ਦੀ ਟੀਕਾਕਾਰੀ ਉੱਤੇ ਸਮੇਂ ਦਾ ਪ੍ਰਭਾਵ ਦੇਖਿਆ ਜਾ ਸਕਦਾ। ਖਾਸ ਕਰਕੇ ਆਪਾਂ ਗੱਲ ਕਰੀਏ ਜਿਹੜਾ ਫਰੀਦਕੋਟੀ ਟੀਕਾ ਹੈ ਉਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਦਾ ਟੀਕਾ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਇੱਕ ਇਤਿਹਾਸਕ ਵਰਤਾਂਤ ਦਿੱਤਾ ਗਿਆ। ਇਹ ਵਰਤਾਂਤ ਕਸ਼ਮੀਰੀ ਪੰਡਤਾਂ ਦੇ ਗੁਰੂ ਜੀ ਕੋਲ ਫੈਰਾਦ ਲੈ ਕੇ ਆਉਣ ਤੋਂ ਸ਼ੁਰੂ ਹੁੰਦਾ। ਇੱਥੇ ਅਸੀਂ ਇਸ ਵਰਤਾਂਤ ਦਾ ਜਿਹੜਾ ਅਖੀਰਲਾ ਹਿੱਸਾ ਹੈ ਉਹਨੂੰ ਹਵਾਲੇ ਵਜੋਂ ਵੀ ਪੇਸ਼ ਕਰ ਸਕਦੇ ਹਾਂ। ਤੇ ਉਹਦੇ ਵਿੱਚ ਜਿਹੜੀ ਖਾਸ ਗੱਲ ਲਾਸਟ ਦੀ ਜੇਕਰ ਆਪਾਂ ਲਾਈਨ ਗੱਲ ਕਰੀਏ ਤੇ ਉੱਥੇ ਕਿਹਾ ਕਿ ਇਸ ਵਰਤਾਂਤ ਦੇ ਵਿੱਚ ਆਉਂਦਾ ਕਿ ਭਾਈ ਜਿਹੜਾ ਮਤੀ ਦਾਸ ਹੈ ਜਦੋਂ ਉਹਨੇ ਗੁਰੂ ਮਹਾਰਾਜ ਦੀ ਸੇਵਾ ਕਰਦਾ ਸੀ ਤਾਂ ਉਹਨੇ ਕਿਹਾ ਕਿ ਮੇਰੇ ਵਿੱਚ ਇਸ ਕਿਸਮ ਦੀ ਸ਼ਕਤੀ ਹੈ। ਤੇ ਗੁਰੂ ਮਹਾਰਾਜ ਨੇ ਜਦੋਂ ਉਹਦੀ ਸ਼ਕਤੀ ਲੈ ਲਈ ਤੇ ਬਾਅਦ ਦੇ ਵਿੱਚ ਉਹਨੂੰ ਕਿਹਾ ਕਿ ਹੁਣ ਤੁਸੀਂ ਉਚਾਰੋ, ਪਰੰਤੂ ਭਾਈ ਮਤੀ ਦਾਸ ਫਿਰ ਇਸ ਗੱਲ ਤੋਂ ਕਹਿ ਰਿਹਾ ਕਿ ਮੇਰੀ ਸ਼ਕਤੀ ਪਤਾ ਨਹੀਂ ਕਿੱਥੇ ਚਲੇਗੀ। ਤੇ ਫਿਰ ਗੁਰੂ ਮਹਾਰਾਜ ਨੇ
ਇੱਕ ਕੌਤਕ ਦਿਖਾਇਆ ਉਹਦੀ ਸ਼ਕਤੀ ਲਈ, ਤੇ ਬਾਅਦ ਦੇ ਵਿੱਚ ਕਿਹਾ ਕਿ ਇਹ ਜਿਹੜੀ ਪੱਤਰਕਾ ਹੈ ਇਹ 10ਵੇਂ ਗੁਰੂ ਦੇ ਕੋਲ ਪਾਸ ਪਹੁੰचे। एक भाई गुरदित्ता जी जो बाबा बुड्ढा जी के कस्टम स्थान थे से पास रह गए थे, तसो पत्रिका निज मन परथाए कर सर्वत सिखों जोग उपदेश रूप और 10म गुरु श्री गुरु गोबिंद सिंह जी को पत्रिका लिखी। हुण फरीदकोटी टीके ਦਾ ਜਦੋਂ ਅਸੀਂ ਪਹਿਲਾਂ ਕਿਸੇ ਵਿਆਖਿਆ ਕਰਨ ਦੇ ਲਈ ਵਿਆਖਿਆ ਕਰਨ ਤੋਂ ਪਹਿਲਾਂ ਹੀ ਅਸੀਂ ਆਪਣੇ ਆਪ ਨੂੰ ਲਿਮਟ ਕਰ ਲਵਾਂਗੇ ਜਾਂ ਇੱਕ ਕੰਡੀਸ਼ਨ ਲਗਾ ਲਵਾਂਗੇ ਤਾਂ ਫਿਰ ਜਿਹੜੀ ਟੀਕਾਕਾਰੀ ਹੋਏਗੀ ਉਹ ਵੀ ਉਸੇ ਕਿਸਮ ਦੀ ਟੀਕਾਕਾਰੀ ਸਾਡੇ ਸਾਹਮਣੇ ਆਏਗੀ। ਇਸ ਤੋਂ ਪਤਾ ਚੱਲਦਾ ਕਿ ਜਿਹੜਾ ਗਿਆਨੀ ਬਚਨ ਸਿੰਘ ਨੇ ਟੀਕਾਕਰਨ ਤੋਂ ਪਹਿਲਾਂ ਇਹ ਧਾਰਨਾ ਬਣਾ ਲਈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਲੋਕ ਬਾਣੀ ਗੁਰੂ ਗੋਬਿੰਦ ਸਿੰਘ ਜੀ ਲਈ ਲਿਖੀ ਸੀ। ਇਸ ਧਾਰਨਾ ਦਾ ਜਿਹੜਾ ਆਧਾਰ ਬਣਿਆ ਉਹ ਭਾਈ ਸੰਤੋਖ ਸਿੰਘ ਵੱਲੋਂ ਰਚਿਤ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਬਣਿਆ। ਕਵੀ ਸੰਤੋਖ ਸਿੰਘ ਨੇ ਸ੍ਰੀ ਗੁਰੂ ਸੂਰਜ ਗ੍ਰੰਥ ਦੇ ਵਿੱਚ ਲਿਖਿਆ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਵਿਖੇ ਕੈਦ ਕੀਤਾ ਹੋਇਆ ਸੀ ਤਾਂ ਸਤਿਗੁਰ ਨੇ ਦਿੱਲੀੋਂ ਚਿੱਠੀ ਲਿਖੀ। ਇਸ ਬਿਰਤਾਂਤ ਨੂੰ महाकवि संतोख सिंह इस तरह बयान करते हैं कि कलमदान को थाए मंगवायो, जमादार को नर ले आयो, सब संगत प्रति लिख उपदेश, करे श्लोक विराग विशेष, सो नर होए जिसके अधिकारी, सो मन्ने इस इम सीख हमारी, सुख प्राप्त जो लोग जुग लोग मझारी, लिखे श्लोक सुकरत उचारी। ਮਹਾਕਵੀ ਸੰਤੋਖ ਸਿੰਘ ਦੀ ਜਿਹੜੀ ਇਹ ਵਿਆਖਿਆ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਲਿਖੇ ਸ਼ਲੋਕਾਂ ਨੂੰ ਇਤਿਹਾਸਕ ਪ੍ਰਸੰਗ ਦੇ ਦਿੱਤਾ ਇਹਨਾਂ ਨੇ ਕਵੀ ਨੇ। ਹੁਣ ਜਿਹੜੇ ਸਾਹਿਤ ਦੇ ਵਿਦਿਆਰਥੀ ਨੇ ਉਹ ਤਾਂ ਸ਼ਾਇਦ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਜਿਹੜਾ ਇੱਕ ਕਵੀ ਹੈ, ਕਵੀ ਨੇ ਆਪਣੀ ਇੱਕ ਇਮੈਜੀਨੇਸ਼ਨ ਦੇ ਨਾਲ ਜਾਂ ਆਪਣੇ ਖਿਆਲਾਂ ਨੂੰ ਉਹਨੇ ਪ੍ਰਗਟ ਕਰ ਦਿੱਤਾ, ਤੇ ਕਵੀ ਦੀ ਕਹੀ ਗੱਲ ਨੂੰ ਜਦੋਂ ਅਸੀਂ ਸੱਚ ਮੰਨ ਲਵਾਂਗੇ ਤਾਂ ਫਿਰ ਸਾਡੀ ਜਿਹੜੀ ਵਿਆਖਿਆ ਉਹਦੇ ਤੇ ਇੱਕ ਤਰ੍ਹਾਂ ਦੀ ਜਿਹੜੀ ਕੰਡੀਸ਼ਨ ਹੈ ਉਹ ਲੱਗ ਜਾਏਗੀ। ਮਹਾਕਵੀ ਸੰਤੋਖ ਸਿੰਘ ਨੇ ਇਹਨਾਂ ਸ਼ਲੋਕਾਂ ਨੂੰ ਗੁਰਬਾਣੀ ਦੀ ਬੰਤਰ ਭਾਵ ਬਾਣੀ ਰੂਪ ਨਾਲੋਂ ਇੱਕ ਵੱਖਰਾ ਇਤਿਹਾਸਕ ਵਰਤਾਂਤ ਬਣਾ ਦਿੱਤਾ। ਇਸ ਦ੍ਰਿਸ਼ਟੀ ਨਾਲ ਜਦੋਂ ਅਸੀਂ ਸ਼ਲੋਕਾਂ ਨੂੰ ਸਮਝਾਂਗੇ ਤਾਂ ਅਜਿਹੇ ਪ੍ਰਸ਼ਨ ਪੈਦਾ ਹੋਣਗੇ ਜਿਨ੍ਹਾਂ ਦਾ ਉੱਤਰ ਇਸ ਤਰ੍ਹਾਂ ਦੀ ਵਿਆਖਿਆ ਨਹੀਂ ਦੇ ਸਕਦੇ। ਇਸ ਵਿਆਖਿਆ ਵਿੱਚੋਂ ਇਹ ਵਿਚਾਰ ਉਪਜਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਰਾਗਮਈ ਹੈ। ਜਦੋਂ ਅਸੀਂ ਵਿਰਾਗ ਦੀ ਗੱਲ ਕਰਦੇ ਹਾਂ, ਕਿਉਂਕਿ ਖੁਦ ਮਹਾਕਵੀ ਸੰਤੋਖ ਸਿੰਘ ਜੀ ਨੇ ਇਹੀ ਕੰਡੀਸ਼ਨ ਲਗਾ ਦਿੱਤੀ ਸੀ ਜਿੱਦਾਂ ਆਪਾਂ ਪੜ੍ਹਿਆ ਕਿ ਕਰੇ ਸ਼ਲੋਕ ਵਿਰਾਗ ਵਿਸ਼ੇਸ਼, ਤੇ ਭਾਈ ਸੰਤੋਖ ਸਿੰਘ ਦੇ ਇਸ ਕਥਨ ਨੇ ਸ਼ਲੋਕਾਂ ਦੀ ਜਿਹੜੀ ਵਿਆਖਿਆ ਨੂੰ ਇਸ ਕਦਰ ਤੱਕ ਪ੍ਰਭਾਵਿਤ ਕਰ ਦਿੱਤਾ ਕਿ ਵਿਦਵਾਨਾਂ ਦੇ ਮਨ ਵਿੱਚ ਇਹ ਪ੍ਰਸੰਗ ਵਸ ਗਿਆ। ਜਿੱਦਾਂ ਆਪਾਂ ਪਹਿਲਾਂ ਟੀਕੇ ਦੀ ਗੱਲ ਕੀਤੀ ਸੀ, ਟੀਕਾ ਤਾਂ ਫਰੀਦਕੋਟੀ ਇਹਨੂੰ ਆਧਾਰ ਬਣਾ ਕੇ ਕੀਤਾ ਗਿਆ। ਹੁਣ ਆਪਾਂ ਇੰਟਰਪ੍ਰੀਟੇਸ਼ਨ ਦੀ ਗੱਲ ਕਰਦੇ ਹਾਂ ਕਿ ਮਨ ਦੇ ਵਿੱਚ ਇਹ ਗੱਲ ਵਸ ਗਈ ਕਿ ਇੱਕ ਇਤਿਹਾਸਕ ਪ੍ਰਸੰਗ ਦੇ ਵਿੱਚ ਲਿਖੇ ਗਏ ਨੇ। ਵੱਖ-ਵੱਖ ਵਿਦਵਾਨਾਂ ਦੇ ਵਿੱਚੋਂ ਆਪਾਂ ਕੁਝ ਉਹਨਾਂ ਦੀਆਂ ਕੋਟਸ ਲੈ ਸਕਦੇ ਹਾਂ। ਜਿੱਦਾਂ ਪ੍ਰੋਫੈਸਰ ਸਾਹਿਬ ਸਿੰਘ ਤੇ ਤਾਂ ਇਦਾਂ ਦਾ ਲੋਕੀ ਇਤਰਾਜ਼ ਲਗਾ ਦਿੰਦੇ ਆ ਕਿ ਉਹਨਾਂ ਨੇ ਵਿਆਕਰਨ ਨੂੰ ਮੁੱਖ ਬਣਾ ਕੇ ਟੀਕਾਕਾਰੀ ਕੀਤੀ ਹੈ। ਉਹਨਾਂ ਦੀ ਬਾਣੀ ਦੇ ਵਿੱਚ ਜਾਂ ਉਹਨਾਂ ਦੀ ਜਿਹੜੀ ਬਾਣੀ ਦੇ ਟੀਕਾਕਾਰੀ ਦੇ ਵਿੱਚ ਅਨੁਭਵ ਦੀ ਘਾਟ ਹੈ। ਪਰੰਤੂ ਮੈਂ ਹਵਾਲਾ ਤੁਹਾਨੂੰ ਦਵਾਂਗਾ ਪ੍ਰਿੰਸੀਪਲ ਸਤਵੀਰ ਸਿੰਘ, ਜਿਹੜੇ ਕਿ ਪੂਰੇ ਗੁਰਸਿੱਖੀ ਜੀਵਨ ਵਾਲੇ ਸੀ, ਜਿਨ੍ਹਾਂ ਨੇ ਬਹੁਤ ਇਤਿਹਾਸਕ ਵਰਤਾਂਤ ਲਿਖੇ ਨੇ, ਗੁਰਮਤਿ ਕਾਲਜ ਦੇ ਪ੍ਰਿੰਸੀਪਲ ਵੀ ਰਹੇ ਨੇ। ਪ੍ਰਿੰਸੀਪਲ ਸਤਵੀਰ ਸਿੰਘ ਨੇ ਕਵੀ ਸੰਤੋਖ ਸਿੰਘ ਦੇ ਵਿਚਾਰਾਂ ਦੀ ਇੱਕ ਹੋਰ ਨਜ਼ਰੀਏ ਦੇ ਨਾਲ ਪ੍ਰੋੜਤਾ ਕੀਤੀ ਹੈ। ਉਹ ਲਿਖਦੇ ਨੇ ਕਿ ਕੋਟ ਸ਼ਲੋਕਾਂ ਬਾਰੇ ਮੇਰਾ ਵਿਚਾਰ ਹੈ ਕਿ ਇਹ ਪੰਜ ਨਾਵਾਂ ਹੈ ਜੋ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਬੱਚੇ ਗੁਰੂ ਗੋਬਿੰਦ ਸਿੰਘ ਦੇ ਨਾਂ ਇੱਕ ਤਰ੍ਹਾਂ ਸਮੁੱਚੇ ਪੰਥ ਦੇ ਨਾਂ ਲਿਖਿਆ। ਪੰਜ ਨਾਮੇ ਦੇ ਲਈ ਫਿਰ ਉਹਨਾਂ ਨੇ ਔਰੰਗਜ਼ੇਬ ਜਾਂ ਇੱਕ ਇਸ ਕਿਸਮ ਦੀ ਪਰੰਪਰਾ ਦੀ ਕਾਫੀ ਡਿਟੇਲ ਦੇ ਵਿੱਚ ਜਿਹੜਾ ਜ਼ਿਕਰ ਕੀਤਾ, ਅਸੀਂ ਉਸ ਪਾਸੇ ਵੱਲ ਨਹੀਂ ਜਾਵਾਂਗੇ।
ਤੇ ਦੂਸਰਾ ਵਿਦਵਾਨ ਆਪਾਂ ਲੈਂਦੇ ਹਾਂ ਡਾਕਟਰ ਧਾਰਨ ਸਿੰਘ, ਜਿਹਦੀ ਕਿਤਾਬ ਗੁਰਬਾਣੀ ਦੀ ਵਿਆਖਿਆ ਪ੍ਰਣਾਲੀਆਂ ਕਾਫੀ ਮਸ਼ਹੂਰ ਹੈ। ਅੱਜ ਤੱਕ ਕਿਸੇ ਵਿਦਵਾਨ ਨੇ ਉਸ ਕਿਤਾਬ ਨੂੰ ਅੱਗੇ ਇੱਕ ਕਦਮ ਨਹੀਂ ਤੋਰਿਆ। ਭਾਵ ਡਾਕਟਰ ਧਾਰਨ ਸਿੰਘ ਸਤਵੀਰ ਸਿੰਘ ਜੀ ਤੋਂ ਇੱਕ ਕਦਮ ਹੋਰ ਅੱਗੇ ਚੱਲ ਗਏ ਨੇ। ਉਹ ਲਿਖਦੇ ਆ ਕਿ ਆਪ ਭਾਵ ਗੁਰੂ ਤੇਗ ਬਹਾਦਰ ਜੀ ਨੇ ਥੋੜੇ ਜਿੰਨੇ ਆਕਾਰ ਦੀ ਬਾਣੀ ਵਿੱਚ 4 ਸ਼ਲੋਕ ਐਸੇ ਹਨ ਜੋ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਹਰ ਤਰ੍ਹਾਂ ਵਿਲੱਖਣ। ਮਤਲਬ ਇਹ ਜਿਹੜਾ ਸੈਂਟੈਂਸ ਹੈ, ਮੈਂ ਇਹ ਤੇ ਇਸ ਕਰਕੇ ਜ਼ੋਰ ਦਿੰਦਾ ਕਿ ਜਦੋਂ ਅਸੀਂ ਬਾਣੀ ਦੀ ਗੱਲ ਕਰਦੇ ਹਾਂ, ਬਾਣੀ ਇੱਕ ਸੂਤਰ ਹੈ। ਜਿਹੜੇ ਬਾਣੀਕਾਰਾਂ ਨੇ ਉਹਨਾਂ ਦੇ ਵਿੱਚ ਫਿਲਾਸਫਿਕਲੀ ਜਾਂ ਸਿਧਾਂਤਕ ਤੌਰ ਤੇ ਸਮੁੱਚੀ ਬਾਣੀ ਸਾਨੂੰ ਇੱਕੋ ਭਾਵ ਦਿੰਦੀ ਹੈ। ਪਰੰਤੂ ਧਾਰਨ ਸਿੰਘ ਕਹਿੰਦੇ ਆ ਕਿ ਜਿਹੜੀ ਇਹ 4 ਸ਼ਲੋਕ ਨੇ ਇਹ ਹਰ ਤਰ੍ਹਾਂ ਵਿਲੱਖਣ, ਨਿਆਰੇ ਤੇ ਵੱਖਰੇ ਨੇ, ਤੇ ਇਹਨਾਂ 4 ਮੰਤਕੀ ਸ਼ਲੋਕਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਰ ਬਾਣੀ ਵਿੱਚ ਵਿਚਾਰਾਂ, ਸਿਧਾਂਤਾਂ, ਆਦਰਸ਼ਾਂ, ਭਾਵਨਾਵਾਂ, ਸ਼ੈਲੀ, ਬਲ, ਸਮਰੱਥਾ, ਯਥਾਰਥਕਤਾ ਦਾ ਫਰਕ ਹੈ। ਹੁਣ ਆਪਣੀ ਗੱਲ ਨੂੰ ਜਸਟੀਫਾਈ ਕਰਨ ਦੇ ਲਈ ਡਾਕਟਰ ਧਾਰਨ ਸਿੰਘ ਨੇ ਇੰਨੇ ਐਡਜੈਕਟਿਵ ਲਗਾਏ ਨੇ, ਤੇ ਅੱਗੇ ਜਾ ਕੇ ਕਹਿੰਦਾ ਕਿ ਇਹਨਾਂ 4 ਮੰਤਕੀ ਸ਼ਲੋਕਾਂ ਦੀ ਸ਼ਕਤੀ ਹੋਰ ਹੈ, ਇਹਨਾਂ ਦਾ ਉੰਜ ਹੋਰ ਹੈ, ਇਹਨਾਂ ਦੀ ਬੰਗਾਰ ਹੋਰ ਹੈ, ਇਹਨਾਂ ਦੀ ਦ੍ਰਿਸ਼ਟੀ ਹੋਰ ਹੈ। ਇਸ ਤਰ੍ਹਾਂ ਡਾਕਟਰ ਧਾਰਨ ਸਿੰਘ ਵੀ ਇਹਨਾਂ ਸ਼ਲੋਕਾਂ ਨੂੰ ਇਤਿਹਾਸਕ ਮੌਕਾ ਮੇਲ ਦੀ ਪਦਾਇਸ਼ ਮੰਨ ਲੈਂਦੇ ਹਨ, ਤੇ ਇਹਨਾਂ ਦੀ ਧਾਰਨਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦੇ ਸਮੇਂ ਇਹ ਸ਼ਲੋਕ ਲਿਖੇ ਸਨ। ਉਹਨਾਂ ਦੀ ਦਲੀਲ ਹੈ ਕਿ ਕੋਟ ਲੰਮੇ ਤਜਰਬੇ ਤੇ ਪਰਸਪਰ ਵਿਹਾਰ ਦੇ ਤਜਰਬੇ ਨਾਲ ਹੀ ਇਹ ਉਪਜ ਸਕਦੇ ਸਨ, ਭਾਵ ਸ਼ਲੋਕ ਪੈਦਾ ਹੋ ਸਕਦੇ ਸਨ। ਸਮੇਂ ਸਿਰ ਹੀ ਇਹਨਾਂ ਦੀ ਵੰਗਾਰ ਆ ਸਕਦੀ ਸੀ, ਤੇ ਸਮੇਂ ਸਿਰ ਹੋਰ ਸਾਰੇ ਹੀਲੇ ਨਿਸਫਲ ਹੋ ਚੁੱਕਣ ਮਗਰੋਂ ਹੀ ਇਹ ਸ਼ਲੋਕ ਮੂੰਹੋਂ ਉਚਾਰੇ ਜਾ ਸਕਦੇ ਸਨ। ਗੱਲ ਕੀ ਇਹਨਾਂ ਸ਼ਲੋਕਾਂ ਦੇ ਉਚਾਰਨ ਦਾ ਠੀਕ ਸਮਾਂ ਆ ਗਿਆ ਸੀ। ਇਹਨਾਂ ਸ਼ਲੋਕਾਂ ਨੇ ਭਾਰਤੀ ਇਤਿਹਾਸ ਨੂੰ ਬਦਲਣਾ ਸੀ। ਇਹ ਸ਼ਲੋਕ ਖਾਲਸਾ ਪੰਥ ਦੇ ਜਨਮਦਾਤਾ ਹਨ, ਇਹ ਵਾਹਿਗੁਰੂ ਜੀ ਕੀ ਫਤਿਹ ਦੇ ਜਾਮਨ ਹਨ, ਇਹ ਸਿੱਖੀ ਦੀ ਨੀਂਹ ਵਿੱਚ ਲੁਪਤ ਹਨ। ਸਮਾਂ ਆ ਗਿਆ ਤੇ ਗੁਰੂ ਤੇਗ ਬਹਾਦਰ ਨੇ ਇਹਨਾਂ ਨੂੰ ਪ੍ਰਗਟ ਕਰ ਦਿੱਤਾ। ਇਸ ਤਰ੍ਹਾਂ ਹੀ ਪ੍ਰੋਫੈਸਰ ਗੁਰਬਚਨ ਸਿੰਘ ਤਾਲਬ ਨੇ ਆਪਣਾ ਜਿਹੜਾ ਇੱਕ ਲੇਖ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕਿਤਾਬ ਦੇ ਵਿੱਚ ਲਿਖਿਆ, ਉਹਦੇ ਵਿੱਚ ਤਾਲਬ ਸਾਹਿਬ ਵੀ ਇਹੀ ਦਲੀਲ ਦਿੰਦੇ ਕਿ ਇਹ ਸਭੇ ਸ਼ਲੋਕ ਜਾਂ ਘੱਟੋ ਘੱਟ ਇਹਨਾਂ ਦਾ ਅੰਤਲਾ ਭਾਗ ਸਤਿਗੁਰਾਂ ਦੀ ਆਤਮਾ ਤੋਂ ਔਰੰਗਜ਼ੇਬ ਦੇ ਬੰਦੀ ਖਾਨੇ ਦੇ ਕਾਲ ਵਿੱਚ ਪ੍ਰਗਟ ਹੋਇਆ। ਡਾਕਟਰ ਧਾਰਨ ਸਿੰਘ, ਪ੍ਰੋਫੈਸਰ ਤਾਲਬ ਤੇ ਪ੍ਰਿੰਸੀਪਲ ਸਤਵੀਰ ਸਿੰਘ ਆਦਿ ਦੀਆਂ ਧਾਰਨਾਵਾਂ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਦੀ ਇਤਿਹਾਸਕ ਪੜ੍ਹਤ ਦੇ ਵਿੱਚ ਉਪਜੀਆਂ ਨੇ, ਜਿਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਸੀ। ਤੇ ਇਹਨਾਂ ਧਾਰਨਾਵਾਂ ਦਾ ਗੁਰਬਾਣੀ ਸਿਧਾਂਤ ਅਤੇ ਗੁਰਬਾਣੀ ਦੀ ਬਣਤਰ ਦੇ ਮੁਤਾਬਕ ਮੁਲਾਂਕਣ ਕਰਨ ਦੀ ਲੋੜ ਹੈ, ਕਿਉਂਕਿ ਜਦੋਂ ਅਸੀਂ ਗੁਰੂ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਅਕੈਡਮਿਕਸ ਦੇ ਵਿੱਚ ਯੂਨੀਵਰਸਿਟੀਆਂ ਦਾ ਇਹ ਵੀ ਰੋਲ ਬਣ ਜਾਂਦਾ ਕਿ ਜਿਹੜਾ ਅੱਜ ਤੋਂ ਪਹਿਲਾਂ ਕੰਮ ਹੋਇਆ ਅਸੀਂ ਉਸ ਕੰਮ ਦੀ ਨਜ਼ਰਸਾਨੀ ਕਰਕੇ ਕੁਝ ਨਵੇਂ ਪਾਸੇ ਵੱਲ ਨੂੰ ਵੀ ਤੁਰੀਏ। ਤੇ ਇਸ ਪੱਖੋਂ ਘੱਟੋ ਘੱਟ ਤੁਹਾਨੂੰ ਪਤਾ ਨਹੀਂ ਕਿੰਨਾ ਫਾਇਦਾ ਹੋਏਗਾ, ਮੈਨੂੰ ਪਰਸਨਲੀ ਇਹ ਫਾਇਦਾ ਹੋਇਆ ਕਿ ਮੈਂ ਇਸ ਵਰਕਸ਼ਾਪ ਦੇ ਹਵਾਲੇ ਦੇ ਨਾਲ ਇਹ ਜਿਹੜਾ ਲਿਟਰੇਚਰ ਹੈ ਇਹਦੇ ਵਿੱਚੋਂ ਲੰਘ ਸਕਿਆ ਹਾਂ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਜਿਹਦੇ ਵਰਤਾਂਤ ਦੇ ਬਾਰੇ ਆਪਾਂ ਪਹਿਲਾਂ ਗੱਲ ਕੀਤੀ ਹੈ, ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿੱਦਾਂ ਦੀ ਗੁਰੂ ਮਹਾਰਾਜ ਦੀ ਸ਼ਹਾਦਤ ਹੈ ਤੇ ਜਿਸ ਸਮੇਂ ਸ਼ਹਾਦਤ ਹੋਈ, ਜਿਸ ਕਰਕੇ ਸ਼ਹਾਦਤ ਹੋਈ, ਤੇ ਜਿਸ ਸ਼ਾਨ ਦੇ ਨਾਲ ਗੁਰੂ ਮਹਾਰਾਜ ਨੇ ਸ਼ਹਾਦਤ ਦਿੱਤੀ ਹੈ, ਤੇ ਦੁਨੀਆ ਭਰ ਦੀਆਂ ਜਿਹੜੀਆਂ ਸ਼ਹਾਦਤਾਂ ਦੇ ਨਾਲੋਂ ਇੱਕ ਵਿਲੱਖਣ ਕਿਸਮ ਦੀ ਜਿਹੜੀ ਸ਼ਹਾਦਤ ਹੈ ਇਹਦਾ ਪ੍ਰਸੰਗ ਸਾਡੇ ਸਾਹਮਣੇ ਆਉਂਦਾ ਹੈ। ਤੇ ਸ਼ਹਾਦਤ ਦੇ ਇਸ ਉੱਤਮ ਪੜਾਅ ਵਿੱਚ ਬਰਾਗ ਜਾਂ ਨਿਰਾਸ਼ਾ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਜਦੋਂ ਟੀਕਾਕਾਰੀ ਇਦਾਂ ਦੀ ਹੋ ਗਈ ਤੇ ਵਿਆਖਿਆਕਾਰਾਂ ਨੇ ਇਦਾਂ ਦੀ ਗੱਲ ਲੱਭਣੀ ਸ਼ੁਰੂ ਕਰਤੀ ਕਿ ਕੁਝ ਸ਼ਲੋਕਾਂ ਦੇ ਵਿੱਚ ਕੁਝ ਨਿਰਾਸ਼ ਕਿਸਮ ਦੇ ਭਾਵ ਪ੍ਰਗਟ ਹੋਏ, ਤੇ ਫਿਰ ਕਲਗੀਧਰ ਮਹਾਰਾਜ ਨੇ ਆਨੰਦਪੁਰੋਂ ਗੁਰੂ ਮਹਾਰਾਜ ਨੂੰ ਇੱਕ ਸ਼ਲੋਕ ਲਿਖ ਕੇ ਭੇਜਿਆ ਤੇ ਗੁਰਬਾਣੀ ਦੇ ਵਿੱਚ
10ਵੇਂ ਪਾਤਸ਼ਾਹ ਦਾ ਸ਼ਲੋਕ ਦੇ ਤੌਰ ਤੇ ਇਹਨੂੰ ਦਰਜ ਹੈ। ਇਹ ਹੁਣ ਜਦੋਂ ਅਸੀਂ ਬਾਣੀ ਦੇ, ਮੈਂ ਕਿਹਾ ਬਣਤਰ ਦੇ ਮੁਤਾਬਕ ਜਿੰਨੀ ਬਾਣੀ ਚੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਬਾਣੀਕਾਰਾਂ ਦਾ ਨਾਂ ਭਾਵੇਂ ਮਹੱਲੇ ਦੇ ਤੌਰ ਤੇ ਆਇਆ ਹੋਵੇ ਜਾਂ ਬਾਣੀ ਭਗਤ ਤੋਂ ਕਹੀ ਜਾਂ ਭਗਤ ਜੀ ਕੀ ਭਗਤ ਦਾ ਨਾਂ ਲੈ ਕੇ ਬਾਣੀਕਾਰ ਦਾ ਨਾਂ ਚੜਾਇਆ ਗਿਆ ਬਕਾਇਦਾ। ਤੇ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਸ਼ਲੋਕ ਹੁੰਦਾ, ਇਹਦੇ ਬਾਰੇ ਲੋਕਾਂ ਨੇ ਹੋਰ ਨੇ ਵੀ ਆਪਣੀਆਂ ਟਿੱਪਣੀਆਂ ਕੀਤੀਆਂ ਨੇ, ਤਾਂ ਲਾਜ਼ਮੀ ਹੈ ਤੇ ਇਹਦੇ ਬਾਰੇ ਬਕਾਇਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਜ਼ਿਕਰ ਕਰਦੇ। ਸੋ ਇਸ ਮਕਸਦ ਦੇ ਲਈ ਸਭ ਤੋਂ ਪਹਿਲਾਂ ਡਾਕਟਰ ਤਾਰਨ ਸਿੰਘ ਵੱਲੋਂ ਗੁਰਬਾਣੀ ਨਾਲ ਵਿਲੱਖਣ ਨਿਆਰੇ ਦੱਸੇ ਆਪਾਂ 4 ਜਿਹੜੇ ਮੰਤਕੀ ਸ਼ਲੋਕ ਜਿਹੜੇ ਉਹਨਾਂ ਨੇ ਕਿਹਾ, ਉਹ ਕਹਿੰਦੇ ਇੱਕ ਸ਼ਲੋਕ 16ਵਾਂ, 51, 53ਵਾਂ ਤੇ 54ਵਾਂ, ਇਹਨਾਂ ਦੀ ਟੀਕਾਕਾਰੀ ਤੇ ਨਜ਼ਰ ਵੀ ਮਾਰੀ ਜਾ ਸਕਦੀ ਹੈ। ਤੇ ਜਿਹੜਾ 16ਵਾਂ ਸ਼ਲੋਕ ਹੈ ਉਹ ਕਹਿੰਦੇ ਕਿ ਭੈ ਕਹੋਂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਹਿ ਵਖਾ। ਹੁਣ ਜਿਹੜਾ ਇਹ ਸ਼ਬਦ ਹੈ ਇਹਦੀ ਫਰੀਦਕੋਟੀ ਟੀਕੇ ਨੇ ਵੀ ਉਸੇ ਤਰੀਕੇ ਦੇ ਨਾਲ ਵਿਆਖਿਆ ਕੀਤੀ ਹੈ, ਪਰੰਤੂ ਜਦੋਂ ਅਸੀਂ ਗੁਰਬਾਣੀ ਦੇ ਨਾਲ ਇਹਦੇ ਸੰਬੰਧ ਜੋੜ ਕੇ ਦੇਖਾਂਗੇ, ਗੁਰਬਾਣੀ ਦੇ ਸਟਰਕਚਰ ਦੇ ਵਿੱਚ ਦੇਖਾਂਗੇ, ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸਾਨੂੰ ਮੂਲ ਸਿਧਾਂਤ ਦਿੱਤਾ ਹੈ, ਜਿਸ ਨੂੰ ਅਸੀਂ ਮੂਲ ਮੰਤਰ ਕਹਿੰਦੇ ਹਾਂ, ਉੱਥੋਂ ਹੀ ਗੱਲ ਸਪਸ਼ਟ ਹੋ ਜਾਂਦੀ ਹੈ। ਗੁਰੂ ਮਹਾਰਾਜ ਨੇ ਜਦੋਂ ਕਹਿ ਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਜਿਹੜਾ ਇੱਥੇ ਨਿਰਭਉ ਤੇ ਨਿਰਵੈਰ ਦਾ ਸੰਕਲਪ ਹੈ, ਜਿਹੜਾ ਕਿ ਗੁਰੂ ਨਾਨਕ ਸਾਹਿਬ ਨੇ ਇਸ ਤੋਂ ਪਹਿਲੇ ਦੇ ਦਿੱਤਾ ਸੀਗਾ। ਤੇ ਇਸ ਕਰਕੇ ਜਦੋਂ ਤੁਸੀਂ ਭੈ ਦੀ ਗੱਲ ਕਰਦੇ ਹੋ, ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਇਸ ਹਰ ਕਿਸਮ ਦਾ ਜਿਹੜਾ ਭੈ, ਖਾਸ ਕਰਕੇ ਜਿਹੜਾ ਮੌਤ ਦਾ ਭੈ ਹੈ, ਉਹਨੂੰ ਦੂਰ ਕੀਤਾ। ਇਹਦੇ ਆਪਾਂ ਰੈਫਰੈਂਸ ਅੱਗੇ ਜਾ ਕੇ ਵੀ ਗੱਲ ਕਰਾਂਗੇ। ਫਿਰ ਅਗਲਾ ਜਿਹੜਾ ਸ਼ਲੋਕ ਜਿਹੜਾ ਤਾਰਨ ਸਿੰਘ ਜੀ ਨੇ ਸ਼ਲੋਕ 51 ਨੋਟ ਕੀਤਾ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੇ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਹੋਏ। ਹੁਣ ਜਿਹੜੀ ਸਥਿਰਤਾ ਦਾ ਸੰਸਾਰ ਦਾ ਜਿਹੜਾ ਅਸਥਿਰ ਹੋਣ ਦੇ ਬਾਰੇ ਜਿਹੜੀ ਗੱਲ ਕਹੀ ਗਈ ਹੈ, ਇਹ ਕੁਐਸਚਨ ਕੱਲਾ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਨਹੀਂ ਆਇਆ, ਉਸ ਤੋਂ ਜਿਹੜੇ ਪਹਿਲੇ ਬਾਣੀਕਾਰ ਨੇ, ਚਾਹੇ ਤੁਸੀਂ ਭਗਤ ਕਬੀਰ ਜੀ ਦੀ ਵੀ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ। ਕਬੀਰ ਜੀ ਆਪਣੀ ਬਾਣੀ ਦੇ ਵਿੱਚ ਕਹਿੰਦਾ ਕਿ ਬੰਦੇ ਖੋਜ ਦਿਲ ਹਰ ਰੋਜ਼, ਫਿਰ ਪਰੇਸ਼ਾਨੀ ਨਾ ਹੈ, ਇਹ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ। ਸਹਿਰ ਮੇਲਾ ਵੀ ਜਿਵੇਂ ਜਾਦੂਗਰ ਦਾ ਤਮਾਸ਼ਾ ਹੁੰਦਾ ਕਿ ਅਸੀਂ ਇਸ ਦੁਨੀਆ ਨੂੰ ਪਕੜ ਕੇ ਨਹੀਂ ਰੱਖ ਸਕਦੇ ਜਾਂ ਇਹ ਸਾਡੀ ਪਕੜ ਦੇ ਵਿੱਚ ਨਹੀਂ ਆ ਸਕਦੀ। ਜਿਵੇਂ ਇਸ ਸ਼ਲੋਕ ਦਾ ਜਿਹੜਾ ਭਾਵ ਹੈ ਮੈਂ ਕਬੀਰ ਜੀ ਦੀ ਬਾਣੀ ਦੇ ਵਿੱਚ ਹਵਾਲਾ ਦੇ ਕੇ ਦੱਸਿਆ, ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਵੀ ਅਸੀਂ ਇਦਾਂ ਦੇ ਹਵਾਲੇ ਲੈ ਸਕਦੇ ਹਾਂ। ਤੇ ਜਿਹੜਾ ਇੰਪੋਰਟੈਂਟ ਹੈ ਕਿ ਜਿਹੜਾ 53ਵਾਂ ਸ਼ਲੋਕ ਦੋਹਰੇ ਦੇ ਰੂਪ ਦੇ ਵਿੱਚ ਆਇਆ ਕਿ ਵੱਲ ਛੋਟੇ ਬੰਧਨ ਪਰੇ, ਕੁਛ ਨਾ ਹੋ ਤੋ ਪਾਏ, ਕਹੋ ਨਾਨਕ ਅਬ ਓਟ ਹਾਰ, ਗਜ ਜਿਉ ਹੋਏ ਸਹਾਏ। ਹੁਣ ਇਸ ਸ਼ਲੋਕ ਦੇ ਸੰਬੰਧ ਦੇ ਵਿੱਚ ਜਦੋਂ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਦੀ ਟੀਕਾਕਾਰੀ ਦੀ ਗੱਲ ਕਰਦੇ ਹਾਂ, ਤਾਂ ਉਹ ਇੱਕ ਉਸ ਅਕਾਲ ਪੁਰਖ ਜਾਂ ਉਸ ਸੱਚੇ ਪਾਤਸ਼ਾਹ ਦੇ ਅੱਗੇ ਇਹਨੂੰ ਇੱਕ ਅਰਦਾਸ ਦੇ ਤੌਰ ਤੇ ਲੈਂਦੇ ਆ ਕਿ ਇਸ ਤਰ੍ਹਾਂ ਤੁਸੀਂ ਇੱਕ ਸੰਕਟ ਦੇ ਸਮੇਂ ਦੇ ਵਿੱਚ ਹਾਥੀ ਨੂੰ, ਗਜ ਨੂੰ ਇੱਕ ਤੇਂਦੂਏ ਤੋਂ ਛੁਡਾ ਲਿਆ ਸੀ, ਉਸ ਤਰ੍ਹਾਂ ਤੁਸੀਂ ਕਿਰਪਾ ਕਰੋ। ਹੁਣ ਜਿਹੜੀ ਸ਼ਲੋਕ ਦਾ ਜਿਹੜੀ ਫਰੀਦਕੋਟੀ ਟੀਕੇ ਨੇ ਜੋ ਸਾਡੇ ਸਾਹਮਣੇ ਵਿਆਖਿਆ ਕੀਤੀ ਹੈ, ਟੀਕਾਕਾਰੀ ਕੀਤੀ ਹੈ, ਤੇ ਵਿਦਵਾਨਾਂ ਨੇ ਜਿਹੜਾ ਇਹਨੂੰ ਇੱਕ ਖਾਸ ਕਿਸਮ ਦੇ ਵਿਰਾਗ ਦੇ ਵਿੱਚ ਲੈ ਕੇ ਗਏ ਨੇ। ਜਦੋਂ ਅਸੀਂ ਗੁਰਬਾਣੀ ਜਾਂ ਆਪਾਂ ਸਿੱਖ ਇਤਿਹਾਸ ਵੀ ਇਹਦੇ ਨਾਲ ਜੋੜ ਸਕਦੇ ਹਾਂ, ਉਹਦੇ ਹਵਾਲੇ ਦੇ ਨਾਲ ਇਹਨੂੰ ਸਮਝਾਂਗੇ, ਤਾਂ ਗੁਰੂ ਮਹਾਰਾਜ ਦੇ ਸਾਹਮਣੇ ਇਸ ਕਿਸਮ ਦਾ ਜਿਹੜਾ ਕੁਐਸਚਨ ਹੈ ਕਿ ਉਹ ਆਪਣੇ ਕਿਸੇ ਨਿੱਜੀ ਸੰਕਟ ਦੀ ਗੱਲ ਕਰਦੇ ਹੋਣ, ਪਹਿਲਾ ਕੁਐਸਚਨ, ਕਿਉਂਕਿ ਅਸੀਂ ਕੁਐਸਚਨ ਨਹੀਂ ਕਰਦੇ, ਸਾਨੂੰ ਇਹ ਕੁਐਸਚਨ ਕਰਨਾ ਚਾਹੀਦਾ ਕਿ ਜੇ ਇਸ ਕਿਸਮ ਦਾ ਵਿਰਾਗ ਹੈ ਤਾਂ ਅਨੰਦਪੁਰ ਸਾਹਿਬ ਤੋਂ ਚੱਲਣ ਲੱਗੇ ਗੁਰੂ ਮਹਾਰਾਜ ਨੇ ਇਸ ਗੱਲ ਸੋਚ ਲੈਣੀ ਸੀ। ਅਨੰਦਪੁਰ ਤੋਂ ਹੀ ਗੁਰੂ ਮਹਾਰਾਜ ਦਾ ਜਿਹੜੀ ਸ਼ਹਾਦਤ ਹੈ ਇਹ ਤੈਅ ਹੋ ਗਈ ਸੀ। ਦੁਨੀਆ ਦੇ ਇਤਿਹਾਸ ਦੇ ਵਿੱਚ ਮੈਂ ਪਹਿਲਾਂ ਕਿਹਾ ਕਿ ਸ਼ਹਾਦਤਾਂ ਬਹੁਤ ਹੋਈਆਂ ਨੇ, ਪਰੰਤੂ ਇਸ ਕਿਸਮ ਦੀ ਜਿਹੜੀ ਸ਼ਹਾਦਤ, ਕਿ ਜਿਹੜਾ ਸ਼ਹੀਦ ਆਪ ਚੱਲ ਕੇ ਜਾਂਦਾ ਹੋਵੇ, ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਜੀਵਨ ਹੈ, ਚਾਹੇ ਉਹਨਾਂ ਨੇ ਆਪਣੀ ਜਵਾਨੀ ਦੇ ਦਿਨਾਂ ਦੇ ਵਿੱਚ ਕਰਤਾਰਪੁਰ ਦੀ ਜੰਗ ਦੇ ਵਿੱਚ ਜੌਹਰ ਦਿਖਾਏ ਹੋਣ, ਜਾਂ ਫਿਰ ਉਹਨਾਂ ਦੇ ਜਿਹੜੇ ਆਪਣੇ ਦਾਦਾ ਜੀ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਇੱਕ ਮਾਡਲ ਸਾਡੇ ਸਾਹਮਣੇ ਸੀ। ਤੇ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਗੁਰੂ ਨਾਨਕ ਪਾਤਸ਼ਾਹ ਨੇ
ਜਿਹੜਾ ਸਿੱਖੀ ਦੇ ਮਾਰਗ ਤੇ ਤੁਰਨ ਵਾਲਿਆਂ ਦੇ ਲਈ ਇਹ ਗੱਲ ਕਹੀ ਸੀ ਕਿ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲਿਮਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਹੁਣ ਜਦੋਂ ਅਸੀਂ ਸਿਰ ਦੇਣ ਦੀ ਜਾਂ ਸ਼ਹਾਦਤ ਦੀ ਗੱਲ ਆਉਂਦੀ ਹੈ ਤਾਂ ਫਿਰ ਇਸ ਕਿਸਮ ਦਾ ਸੰਕਟ ਤਾਂ ਮਤਲਬ ਹੀ ਨਹੀਂ। ਹਾਂ, ਆਪਾਂ ਗੁਰਬਾਣੀ ਦੀ ਜਦੋਂ ਟੀਕਾਕਾਰੀ ਜਾਂ ਗੁਰਬਾਣੀ ਦੀ ਵਿਆਖਿਆ ਦੇ ਵਿੱਚ ਗੱਲ ਕਰੀਏ ਕਿ ਗੁਰਬਾਣੀ ਖਾਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ, ਈਵਨ ਸਮੁੱਚੀ ਬਾਣੀ ਦੇ ਵਿੱਚ ਇਹ ਪ੍ਰਸ਼ਨ ਉੱਤਰੀ ਦੇ ਵਿੱਚ ਹੈ ਕਿ ਪਹਿਲਾਂ ਇੱਕ ਪ੍ਰਸ਼ਨ ਸਾਡੇ ਸਾਹਮਣੇ ਆਉਂਦਾ ਤੇ ਬਾਅਦ ਦੇ ਵਿੱਚ ਬਾਣੀ ਹੀ ਉਸ ਪ੍ਰਸ਼ਨ ਦਾ ਸਾਨੂੰ ਜਵਾਬ ਦਿੰਦੀ ਹੈ। ਚਾਹੇ ਤੁਸੀਂ ਸਿੱਧ ਗੋਸ਼ਟ ਦੀ ਗੱਲ ਕਰ ਲਓ ਜਾਂ ਗੁਰੂ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਵੀ ਇਹ ਹੈ ਕਿ ਜਿਹੜਾ ਜਦੋਂ ਅਸੀਂ ਇੱਕ ਸ਼ਲੋਕ ਦੀ ਗੱਲ ਕਰਦੇ ਹਾਂ ਤਾਂ ਅਗਲੇ ਸ਼ਲੋਕ ਦੇ ਵਿੱਚ ਉਹਦਾ ਗੁਰੂ ਮਹਾਰਾਜ ਨੇ ਉੱਤਰ ਦਿੱਤਾ। ਆਪਾਂ ਜਿਹੜੀ ਸਵਾਲ ਜਵਾਬ ਦੇ ਵਿੱਚ ਗੱਲ ਕਰ ਲਵਾਂਗੇ ਕਿਉਂਕਿ ਜਿੰਨਾ ਕੁ ਮੈਨੂੰ ਸਮਾਂ ਦਿੱਤਾ ਮੈਂ ਵੈਸੇ ਦੋਨੇ ਜਿਹੜੇ ਟੀਕੇ ਨੇ ਪ੍ਰੋਫੈਸਰ ਸਾਹਿਬ ਸਿੰਘ ਦੀ ਵਿਆਖਿਆਕਾਰੀ ਦਾ ਤੇ ਫਰੀਦਕੋਟ ਟੀਕੇ ਦੇ ਵਿੱਚ ਬਕਾਇਦਾ ਮੇਰੇ ਕੋਲ ਰੈਫਰੈਂਸ ਹੈਗੇ ਨੇ ਤੇ ਮੈਂ ਉਹ ਰੈਫਰੈਂਸ ਇੱਥੋਂ ਛੱਡਦਾ ਹੋਇਆ ਗੱਲ ਅੱਗੇ ਤੋਰਦਾ ਕਿ ਫਰੀਦਕੋਟ ਟੀਕਾ ਅਤੇ ਪ੍ਰੋਫੈਸਰ ਸਾਹਿਬ ਸਿੰਘ ਵਾਲੇ ਟੀਕੇ ਦੇ ਵਿੱਚ ਦੋਨਾਂ ਦੇ ਵਿੱਚ ਮੁੱਖ ਅੰਤਰ ਇਹ ਹੈ ਕਿ ਫਰੀਦਕੋਟ ਟੀਕੇ ਵਿੱਚ 4 ਸ਼ਲੋਕਾਂ ਨੂੰ ਬਾਕੀ ਸ਼ਲੋਕਾਂ ਨਾਲ ਅਲੱਗ ਕੀਤਾ ਗਿਆ। ਇੱਥੇ ਵੀ ਉਹਨਾਂ ਫਰੀਦਕੋਟ ਟੀਕੇ ਦੇ ਵਿੱਚ ਗੁਰੂ ਮਹਾਰਾਜ ਦੀ ਸ਼ਹਾਦਤ ਦੇ ਨਾਲ ਜਾਂ ਉਹਨਾਂ ਦੇ ਬੰਦੀਖਾਨੇ ਵਿੱਚ ਕੈਦ ਹੋਣ ਦੀਆਂ ਟਿੱਪਣੀਆਂ ਫਰੀਦਕੋਟ ਟੀਕੇ ਦੇ ਵਿੱਚ ਸ਼ਲੋਕ ਦੀ ਟੀਕਾਕਾਰੀ ਦੇ ਨਾਲ ਫੁੱਟਨੋਟ ਵਜੋਂ, ਫੁੱਟਨੋਟ ਨਹੀਂ ਮਤਲਬ ਨੀਚੇ ਉਹਨਾਂ ਨੇ ਦਿੱਤੀਆਂ ਨੇ। ਤੇ ਫਰੀਦਕੋਟੀ ਦੇ ਉਚੇਚੇ 2 ਨੋਟ ਵੀ ਲਿਖੇ ਗਏ ਨੇ ਕਿ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਵਾਬ ਵਿੱਚ 3 ਸ਼ਲੋਕ ਭੇਜੇ ਸਨ ਤੇ ਪ੍ਰੋਫੈਸਰ ਸਾਹਿਬ ਸਿੰਘ ਇਸ ਤਰ੍ਹਾਂ ਦਾ ਜ਼ਿਕਰ ਨਹੀਂ ਕਰਦੇ। ਫਰੀਦਕੋਟੀ ਟੀਕੇ ਵਿੱਚ ਨਿਰਾਸ਼ ਭਾਵ ਪ੍ਰਗਟ ਕੀਤੇ ਗਏ ਹਨ ਕਿ ਹੁਣ ਕੋਈ ਹੋਰ ਉਪਾਅ ਨਹੀਂ ਹੈ ਤੇ ਇਹਨਾਂ ਸ਼ਲੋਕਾਂ ਦੇ ਉੱਤਰ ਵਿੱਚ ਜਿਹੜਾ 54ਵਾਂ ਸ਼ਲੋਕ ਕਲਗੀਧਰ ਜੀ ਦਾ ਲਿਖਿਆ ਹੋਇਆ ਹੈ ਤੇ ਰਤਨ ਸਿੰਘ ਜੱਗੀ, ਇੱਥੇ ਇੰਪੋਰਟੈਂਟ ਗੱਲ ਹੈ ਕਿ ਰਤਨ ਸਿੰਘ ਜੱਗੀ ਨੇ ਆਪਣੀ ਇਸ ਸੰਬੰਧ ਦੇ ਵਿੱਚ ਟਿੱਪਣੀ ਜਾਂ ਆਪਣੀ ਰਾਏ ਦਿੱਤੀ ਹੈ ਕਿ ਜੇਕਰ ਇਸ ਗੱਲ ਦਾ ਗੰਭੀਰਤਾ ਪੂਰਵਕ ਅਧਿਐਨ ਕਰੀਏ ਤਾਂ ਪ੍ਰਤੀਤ ਹੁੰਦਾ ਹੈ ਕਿ ਦੋਵੇਂ ਸ਼ਲੋਕਾਂ ਵਿਚਲੀ ਤਥਾਕਥਿਤ ਵਿਰੋਧੀ ਭਾਵਨਾ ਨੇ ਹੀ ਕਲਪਨਾ ਕਰਨ ਲਈ ਸੰਪਰਦਾਇ ਗਿਆਨੀਆਂ ਨੂੰ ਪ੍ਰੇਰਿਤ ਕੀਤਾ ਹੋਵੇਗਾ ਤੇ ਇਸੇ ਪ੍ਰੇਰਨਾ ਅਧੀਨ 18ਵੀਂ ਸਦੀ ਵਿੱਚ ਲਿਖੀਆਂ ਕੁਝ ਬੀੜਾਂ ਜੋ ਮੇਰੇ ਵੇਖਣ ਵਿੱਚ ਆਈਆਂ ਹਨ ਉਹਨਾਂ ਵਿੱਚ ਅਜਿਹੀ ਉਕਤੀ ਦਾ ਆਭਾਵ ਹੈ। ਹੁਣ ਗੁਰਬਾਣੀ ਸ਼ਲੋਕਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਨਾਲ ਜੋੜ ਦੇਣ ਨਾਲ ਸ਼ਲੋਕਾਂ ਦੀ ਵਿਆਖਿਆ ਦਾ ਪ੍ਰਸੰਗ ਬਦਲ ਜਾਂਦਾ, ਜਿਸ ਕਰਕੇ ਵਿਆਖਿਆ ਸਿਧਾਂਤਕ ਨਹੀਂ ਰਹਿੰਦੀ, ਇਤਿਹਾਸਕ ਬਣ ਜਾਂਦੀ ਹੈ। ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਕਵੀ ਸੰਤੋਖ ਸਿੰਘ ਜੀ ਨੇ ਤਾਂ ਆਪਣੀ ਜਿਹੜੀ ਮਤਲਬ ਕਥਾ ਕੀਤੀ ਹੈ ਜੋ ਉਹਨਾਂ ਦੇ ਗ੍ਰੰਥ ਦੇ ਵਿੱਚ ਦਰਜ ਹੈ ਕਿ ਇੱਥੋਂ ਤੱਕ ਗੱਲ ਕਰ ਦਿੱਤੀ ਕਿ ਗੁਰੂ ਪਰਿਵਾਰ ਵਿੱਚ ਚਿੰਤਾ ਦਾ ਵਰਣਨ ਕੀਤਾ ਉਹਨਾਂ ਨੇ ਕਿ ਇਸ ਤਰ੍ਹਾਂ ਦੀ ਚਿੰਤਾ ਨੂੰ ਮੁੱਖ ਰੱਖ ਕੇ ਵਿਆਖਿਆ ਕੀਤੀ ਹੈ ਕਿ ਚਿੰਤਾ ਨਿੱਜੀ ਰੂਪ ਲੈ ਲੈਂਦੀ ਹੈ, ਜਦੋਂ ਕਿ ਗੁਰਬਾਣੀ ਦੇ ਵਿੱਚ ਚਿੰਤਾ ਨੂੰ ਵਿਸ਼ਾਲ ਅਰਥ ਦਿੱਤੇ ਗਏ। ਤੇ ਇੱਥੇ ਇਹ ਵੀ ਸਪਸ਼ਟ ਕਰਨਾ ਜ਼ਰੂਰੀ ਹੈ, ਲਾਜ਼ਮੀ ਬਣ ਜਾਂਦਾ ਕਿ ਗੁਰਬਾਣੀ ਵਿਸ਼ੇਸ਼ ਪਰਿਸਥਿਤੀਆਂ ਦੀ ਮੁਤਾਜ ਨਹੀਂ ਹੈ ਤੇ ਨਾ ਹੀ ਵਿਸ਼ੇਸ਼ ਪਰਿਸਥਿਤੀਆਂ ਦੇ ਵਿੱਚ ਪੈਦਾ ਹੋਈ ਹੈ। ਤੇ ਬਾਣੀ ਨੂੰ ਜਦੋਂ ਅਸੀਂ ਸਕ੍ਰਿਪਚਰ ਦੀ ਗੱਲ ਕਰਦੇ ਹਾਂ, ਧੁਰਕੀ ਬਾਣੀ ਦੀ ਗੱਲ ਕਰਦੇ ਹਾਂ ਤਾਂ ਆਮ ਤੌਰ ਤੇ ਬਹੁਤ ਸਾਰੀ ਸਾਡੇ ਕੋਲ ਇੱਦਾਂ ਦੀ ਵਿਆਖਿਆ ਮਿਲ ਜਾਏਗੀ ਜਿੱਦਾਂ ਪ੍ਰੋਫੈਸਰ ਕਿਸ਼ਨ ਸਿੰਘ ਜਾਂ ਖਾਸ ਕਰਕੇ ਜਿਹੜੇ ਮਾਰਕਸਿਸਟ ਬੈਕਗਰਾਉਂਡ ਵਾਲੇ ਸਕਾਲਰ ਨੇ ਉਹ ਗੁਰਬਾਣੀ ਨੂੰ ਇੱਕ ਇਤਿਹਾਸਕ ਮੌਕਾ ਮੇਲ ਜਾਂ ਕਾਲ ਦੇ ਪ੍ਰਸੰਗ ਦੇ ਵਿੱਚ ਜਾਂ ਜਿੰਨੇ ਵੀ ਮਤਲਬ ਜੇ ਮੈਂ ਗੱਲ ਕਰਾਂ ਕਿ 80% ਥੀਸਿਸ ਸਾਡੇ ਕੋਲ ਇੱਦਾਂ ਦੇ ਨੇ ਕਿ ਗੁਰਬਾਣੀ ਮੱਧ ਕਾਲ ਦਾ ਚਿੰਤਨ ਹੈ। ਮਤਲਬ ਗੁਰਬਾਣੀ ਨੂੰ ਬਹੁਤੇ ਵਿਦਵਾਨ ਕਾਲ ਦੇ ਨਾਲ ਜੋੜ ਕੇ ਦੇਖਦੇ ਨੇ, ਜਦੋਂ ਕਿ ਗੁਰਬਾਣੀ ਦੇ ਵਿੱਚ ਕਾਲ ਦਾ ਨਹੀਂ ਹੈ। ਸੱਚ ਜਿਹੜਾ ਹੈਗਾ ਉਹ ਕਿਸੇ ਵੀ ਕਾਲ ਦੇ ਨਾਲ ਨਹੀਂ ਜੁੜਿਆ ਹੁੰਦਾ। ਜਿਹੜਾ ਸੱਚ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸੀ ਉਹ ਅੱਜ ਵੀ ਹੈ ਤੇ ਸੱਚ ਕਦੇ ਪੁਰਾਣਾ ਨਹੀਂ ਹੁੰਦਾ। ਤੇ ਪੁਰਾਣਾ ਜਾਂ ਨਵਾਂ ਕੀ ਹੁੰਦਾ, ਸਾਡੀ ਇੰਟਰਪ੍ਰੀਟੇਸ਼ਨ ਹੈ। ਇੰਟਰਪ੍ਰੀਟੇਸ਼ਨ ਦੇ ਨਾਲ ਅਸੀਂ ਭਾਵ ਜਦੋਂ ਅਸੀਂ ਉਹਦੀ ਵਿਆਖਿਆ ਕਰਨੀ ਹੈ, ਵਿਆਖਿਆ ਦੇ ਨਾਲ ਅਸੀਂ ਉਸ ਸੱਚ ਦੇ ਬਾਰੇ ਆਪਣੇ ਕੋਈ ਓਪੀਨੀਅਨ ਬਣਾਉਂਦੇ ਹਾਂ। ਇਹਦੇ ਬਾਰੇ ਗੱਲ ਆਪਾਂ ਅੱਗੇ ਕਰਾਂਗੇ। ਤੇ ਜਦੋਂ ਅਸੀਂ
ਸਿਧਾਂਤਕ ਤੌਰ ਤੇ ਗੱਲ ਕਰਾਂਗੇ, ਜਿਹੜਾ ਸ਼ਲੋਕ ਮਹਲਾ 9ਵਾਂ ਗੁਰੂ ਮਹਾਰਾਜ ਕਹਿੰਦਾ ਕਿ ਪਹਿਲਾ ਜਿਹੜਾ ਸ਼ਲੋਕ ਹੈ ਇਹ ਬੜਾ ਆਧਾਰ ਹੈ ਗੁਰੂ ਮਹਾਰਾਜ ਦੀ ਬਾਣੀ ਦਾ ਜਾਂ ਸਮੁੱਚੀ ਬਾਣੀ ਦਾ, ਜਿੱਥੇ ਗੁਰੂ ਮਹਾਰਾਜ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ। ਗੁਰੂ ਮਹਾਰਾਜ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਕਾਰਥ ਕੀਨ, ਕਹੋ ਨਾਨਕ ਹਰ ਭਜਨ ਮਨਾ, ਜਹ ਬਿਦ ਜਲ ਕੋ। ਕਿ ਬੇਸਿਕ ਗੱਲ ਜਿਹੜਾ ਗੁਰਬਾਣੀ ਦਾ ਮੇਨ ਏਮ ਹੈ ਉਹ ਗੋਬਿੰਦ ਦੇ ਗੁਣ ਗਾਉਣ ਦੀ ਗੱਲ ਹੈ। ਇੱਥੇ ਗੋਬਿੰਦ ਦੇ ਬਾਰੇ ਆਪਾਂ ਫਿਰ ਇਹੀ ਗੱਲ ਕਰਾਂਗੇ ਕਿ ਇਹ ਗੋਬਿੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਣੀ ਰੂਪ ਹੋ ਕੇ, ਗੁਰੂ ਰੂਪ ਹੋ ਕੇ, ਮਤਲਬ ਸਾਡੇ ਲਈ ਬੜੇ ਸਨਮਾਨਯੋਗ ਇੱਕ ਰੁਤਬੇ ਦੇ ਉੱਤੇ ਪਹੁੰਚ ਜਾਂਦੇ ਨੇ। ਪਰੰਤੂ ਬਾਣੀ ਦੇ ਵਿੱਚ ਜਿਹੜਾ ਇੱਥੇ ਗੁਣ ਗੋਬਿੰਦ ਦੀ ਗੱਲ ਕੀਤੀ ਗਈ ਹੈ, ਅਕਾਲ ਪੁਰਖ ਦੇ ਜਾਂ ਉਹ ਸੱਚ ਦੇ ਬਹੁਤ ਨਾਮ ਗੁਰਬਾਣੀ ਦੇ ਵਿੱਚ ਦਰਜ ਨੇ। ਇਹ ਦੁਨੀਆ ਦੀ ਇੱਕੋ ਇੱਕ ਅਜਿਹੀ ਸਕ੍ਰਿਪਚਰ ਹੈ ਜਿਹਦੇ ਵਿੱਚ ਵੱਖ-ਵੱਖ ਪਰੰਪਰਾਵਾਂ ਦੇ ਜਿਹੜੇ ਨਾਵਾਂ ਨੂੰ ਗੁਰੂ ਮਹਾਰਾਜ ਨੇ ਆਪਣੇ ਨਵੇਂ ਅਰਥਾਂ ਦੇ ਵਿੱਚ ਪੇਸ਼ ਕੀਤਾ ਹੈ। ਤੇ ਇੱਥੇ ਜਿਹੜਾ ਗੋਬਿੰਦ ਹੈ ਉਹ ਇੱਕੋ ਸੱਚ ਦੇ ਨਾਲ, ਜਿਹੜਾ ਕਿ ਸਾਰਿਆਂ ਦਾ ਸਿਰਜਕ ਹੈ, ਉਸ ਸੱਚ ਦੀ ਗੱਲ ਗੁਰੂ ਮਹਾਰਾਜ ਕਹਿੰਦੇ ਕਿ ਸਾਨੂੰ ਉਸ ਸੱਚ ਦੇ ਨਾਲ ਜੁੜਨਾ ਚਾਹੀਦਾ, ਉਹੀ ਸਾਡੇ ਜੀਵਨ ਦਾ ਆਧਾਰ ਹੈ। ਤੇ ਜਿੱਦਾਂ ਮੱਛੀ ਦਾ ਪਾਣੀ ਦੇ ਨਾਲ ਸੰਬੰਧ ਹੈ, ਸਾਡਾ ਉਸ ਸੱਚ ਦੇ ਨਾਲ ਇਸ ਕਿਸਮ ਦਾ ਜਿਹੜਾ ਸੰਬੰਧ ਹੋਣਾ ਚਾਹੀਦਾ ਹੈ। ਪਰੰਤੂ ਜਿਹੜਾ ਮਨੁੱਖ ਹੈ, ਜਦੋਂ ਆਪਾਂ ਸਾਰੇ ਸ਼ਲੋਕਾਂ ਦੀ ਗੱਲ ਕਰਾਂਗੇ ਗੁਰੂ ਮਹਾਰਾਜ ਦੀ, ਇਹ ਗੱਲ ਬਾਰ-ਬਾਰ ਸਮਝਾਉਂਦੇ ਨੇ ਕਿ ਅਸੀਂ ਜਿਹੜੀ ਚੀਜ਼ ਸੱਚ ਨਹੀਂ ਹੈ ਅਸੀਂ ਇਹਨੂੰ ਸੱਚ ਮੰਨਦੇ ਹਾਂ। ਇਹ ਜਗਤ ਨੂੰ ਅਸੀਂ ਸੱਚ ਮੰਨਦੇ ਹਾਂ ਜਦੋਂ ਕਿ ਜਗਤ ਸੱਚ ਨਹੀਂ ਹੈ। ਇਹ ਜਗ ਇੱਕ ਸੁਪਨੇ ਦੀ ਤਰ੍ਹਾਂ ਹੈ। ਇਸੇ ਕਰਕੇ ਗੁਰੂ ਮਹਾਰਾਜ ਕਹਿੰਦਾ ਕਿ ਜਗ ਰਚਨਾ ਸਭ ਝੂਠ ਹੈ। ਤੇ ਜਗ ਰਚਨਾ ਨੂੰ ਝੂਠ ਕਿਉਂ ਕਿਹਾ? ਕਿਉਂਕਿ ਜੋ ਕੁਝ, ਜਿੱਦਾਂ ਅਸੀਂ ਇਸ ਗੱਲ ਨੂੰ ਸਮਝੀਏ ਕਿ ਜਿਹੜਾ ਸੱਚ ਹੈ, ਜੋ ਸਾਨੂੰ ਦਿਖਾਈ ਦਿੰਦਾ ਹੈ, ਜ਼ਰੂਰੀ ਨਹੀਂ ਹੈ ਕਿ ਸੱਚ ਉਹੀ ਹੋਵੇ। ਸਾਡੇ ਦਿਖਾਈ, ਜਿਹਨੂੰ ਸਾਡੀ ਇੰਦਰੀਆਂ ਦੇਖ ਸਕਦੀਆਂ ਨੇ, ਇਹਨਾਂ ਇੰਦਰੀਆਂ ਤੋਂ ਜਿਹੜਾ ਪਾਰ ਦਾ ਸੱਚ ਹੈ। ਜਿੱਦਾਂ ਸਾਡੀ ਪਰੰਪਰਾ ਦੇ ਵਿੱਚ ਵਿਦਵਾਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਜਦੋਂ ਅਸੀਂ ਲੱਕੜ ਦੀ ਗੱਲ ਕਰਦੇ ਹਾਂ, ਲੱਕੜ ਦੇਖਣ ਨੂੰ ਸਾਨੂੰ ਲੱਕੜ ਲੱਗਦੀ ਹੈ, ਪਰੰਤੂ ਉਹਦੇ ਵਿੱਚ ਇਹ ਵੀ ਸੱਚ ਹੈ ਕਿ ਉਹ ਲੱਕੜ ਇਸ ਕਰਕੇ ਲੱਕੜ ਹੈ ਕਿਉਂਕਿ ਉਹਦੇ ਵਿੱਚ ਅਗਨੀ ਹੈ। ਜੇਕਰ ਉਹਦੇ ਵਿੱਚ ਅਗਨੀ ਖਤਮ ਕਰ ਦਿੱਤੀ ਜਾਏਗੀ, ਉਹ ਲੱਕੜ ਸੜ ਕੇ ਸਵਾਹ ਬਣ ਗਈ, ਤਾਂ ਫਿਰ ਉਹ ਲੱਕੜ ਨਹੀਂ ਰਹੇਗੀ। ਭਾਵ ਜੋ ਕੁਝ ਸਾਨੂੰ ਦਿਖਾਈ ਦਿੰਦਾ ਹੈ ਉਹਦੇ ਪਾਰ ਦਾ ਜਿਹੜਾ ਸੱਚ ਹੈ, ਅਸੀਂ ਉਹਦੀ ਗੱਲ ਕਰੀਏ। ਇਸ ਕਰਕੇ ਵਿਦਵਾਨ ਕਈ ਵਾਰੀ ਇਹਨੂੰ ਮੈਟਾਫਿਜ਼ਿਕਸ ਦੀ ਵੀ ਗੱਲ ਕਰ ਲੈਂਦੇ ਨੇ ਕਿ ਜਦੋਂ ਅਸੀਂ ਗੁਰਬਾਣੀ ਨੂੰ ਇੱਕ ਮੈਟਾਫਿਜ਼ਿਕਸ ਦੇ ਤੌਰ ਤੇ ਜਾਂ ਦਿਖਾਈ ਦਿੰਦੇ ਸੱਚ ਤੋਂ ਇੱਕ ਪਾਰਗਾਮੀ ਸੱਚ ਦੇ ਤੌਰ ਤੇ ਸਮਝਾਂਗੇ, ਤਾਂ ਫਿਰ ਗੁਰਬਾਣੀ ਨੂੰ ਅਸੀਂ ਇਸ ਤਰੀਕੇ ਦੇ ਨਾਲ ਸਮਝਣ ਦੀ ਗੱਲ ਕਰਾਂਗੇ। ਜਿੱਦਾਂ ਗੁਰੂ ਮਹਾਰਾਜ ਨੇ 49 ਜਿਹੜਾ 49ਵਾਂ ਸ਼ਲੋਕ ਹੈ ਉਹਦੇ ਵਿੱਚ ਜਗ ਰਚਨਾ ਦੇ ਬਾਰੇ ਕਿਹਾ ਕਿ ਜਗ ਰਚਨਾ ਸਭ ਝੂਠ ਹੈ, ਜਾਣ ਲਹਿਰੇ ਮੀਤ, ਕਹੋ ਨਾਨਕ ਥਿਰ ਨਾ ਰਹੇ ਜਿਉ ਬਾਲੋ ਕੀਤੀ। ਹੁਣ ਇਹਨੂੰ ਝੂਠ ਕਹਿ ਕੇ ਫਿਰ ਅਗਲੀ ਗੱਲ ਕਿ ਗੁਰੂ ਮਹਾਰਾਜ ਕਹਿੰਦੇ ਆ 95 ਵਿੱਚ, ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕੁਛ ਨਹੀਂ ਸੁਪਨੇ ਜੋ ਸੰਸਾਰ। ਇਹੀ ਗੱਲ ਜਦੋਂ ਜਿਹੜਾ ਅਸੀਂ ਇੱਕ ਆਮ ਸ਼ਬਦ ਕਹਿੰਦੇ ਹਾਂ ਕਿ ਨਾਨਕ ਦੁਖੀਆ ਸਭ ਸੰਸਾਰ, ਉਸ ਸ਼ਬਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਵੀ ਗੱਲ ਕੀਤੀ ਹੈ ਕਿ ਜਿਹੜੇ ਰਾਜੇ ਸੀਗੇ ਉਹ ਦੁਖੀ ਸੀਗੇ, ਉਹ ਵੀ ਚਲੇ ਗਏ। ਸੋ ਜਦੋਂ ਅਸੀਂ ਇਹਦੇ ਪ੍ਰਸੰਗ ਦੀ ਗੱਲ ਕਰਾਂਗੇ ਕਿ ਗੁਰਬਾਣੀ ਦੇ ਵਿੱਚ ਇਹ ਪ੍ਰਸੰਗ ਇਸ ਤੋਂ ਪਹਿਲਾਂ ਆ ਚੁੱਕੇ ਨੇ, ਇਹਨਾਂ ਨੂੰ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਇੱਕ ਸੀਮਿਤ ਪ੍ਰਸੰਗ ਦੇ ਵਿੱਚ ਸਮਝਣ ਦੇ ਨਾਲ ਅਸੀਂ ਗੁਰਬਾਣੀ ਦਾ ਜਿਹੜਾ ਭਾਵ ਹੈ ਉਹ ਨਹੀਂ ਸਮਝ ਸਕਾਂਗੇ। ਇਸੇ ਕਰਕੇ ਗੁਰੂ ਮਹਾਰਾਜ ਨੇ ਜਦੋਂ ਆਪਾਂ ਗੱਲ ਕੀਤੀ ਕਿ ਚਿੰਤਾ ਦੀ ਗੱਲ, ਗੁਰੂ ਮਹਾਰਾਜ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ। ਹੁਣ ਗੁਰੂ ਮਹਾਰਾਜ ਕਹਿੰਦੇ ਇਸ ਸੰਸਾਰ ਦੇ ਮਾਰਗ ਦੇ ਵਿੱਚ ਕੋਈ ਵੀ ਚੀਜ਼ ਸਥਿਰ ਨਹੀਂ ਹੈ। ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ। ਅੱਜ ਅਸੀਂ ਵੀ ਜਿਹੜੇ ਇੱਥੇ ਸਾਰੇ ਹਾਜ਼ਰ ਹਾਂ, ਕੁਝ ਸਮੇਂ ਬਾਅਦ ਅਸੀਂ ਵੀ ਨਹੀਂ ਰਹਿਣਾ, ਕਿਉਂਕਿ ਜਿਹੜਾ ਸਰੀਰ ਹੈ ਇਹਨੇ ਖਤਮ ਹੋਣਾ। ਪਰ ਬੰਦੇ ਕੀ ਕਰਦੇ ਆ, ਆਪਣੇ ਹੀ ਸੁੱਖ ਨੂੰ ਮੁੱਖ ਰੱਖ ਲੈਂਦੇ ਆ। ਇਹ ਗੁਰੂ ਮਹਾਰਾਜ ਕਹਿੰਦਾ ਕਿ ਹਰ ਬੰਦਾ ਕੇਵਲ ਆਪਣੇ ਹੀ ਸੁੱਖ ਦੀ ਗੱਲ ਕਰਦਾ। ਤੇ ਗੁਰਬਾਣੀ ਜਿਹੜੀ ਹੈ ਸਾਨੂੰ ਨਿੱਜ ਤੋਂ ਪਰ ਦੇ ਨਾਲ ਜਾਂ ਸਾਨੂੰ ਸਮੂਹਿਕ ਭਾਵਨਾ ਦੇ ਨਾਲ ਜੋੜਦੀ ਹੈ। ਇਸੇ ਕਰਕੇ ਜਿਨ੍ਹਾਂ ਨੂੰ ਅਸੀਂ ਸੰਬੰਧੀ ਕਹਿੰਦੇ ਆ, ਗੁਰੂ ਮਹਾਰਾਜ ਨੇ ਤਾਂ ਇੱਥੋਂ ਤੱਕ ਕਿਹਾ ਕਿ ਜਿਹੜੇ ਅਸੀਂ ਕਹਿੰਦੇ ਜਿਹੜਾ ਮਤਲਬ 54 ਸ਼ਲੋਕ ਤੱਕ ਤਾਂ ਕਾਰਨ ਸਿੰਘ ਗੱਲ ਕਰ ਲੈਂਦੇ ਆ, ਪਰੰਤੂ ਜਦੋਂ 55ਵੇਂ ਸ਼ਲੋਕ ਤੇ ਆਪਾਂ ਆਉਂਦੇ ਹਾਂ ਕਿ ਗੁਰੂ ਮਹਾਰਾਜ ਕਹਿੰਦੇ ਕਿ ਸੰਗ ਸਖਾ ਸਭ ਤਜ ਗਏ,
कोई ना नेवे साथ, कहो नानक यह बिपत में टेक एक रघुनाथ। हुण गुरु महाराज सानू जदों भी साडे ते किसी किस्म की कोई विपता पैंदी है तां ਜਿਹੜੇ ਸਾਡੇ ਸੰਗ ਸਾਥ ਜਾਂ ਫਿਰ ਗੁਰੂ ਮਹਾਰਾਜ ਕਹਿੰਦੇ ਵੀ ਧਨ ਦੌਲਤ ਜਾਂ ਔਰਤ ਇੱਥੋਂ ਤੱਕ ਕਿ ਜਿਹਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਨ ਵਾਲੀ ਗੱਲ ਕਰਦੇ ਸੀ, ਜਦੋਂ ਉਹ ਬੰਦਾ ਮਰ ਜਾਂਦਾ ਤਾਂ ਫਿਰ ਉਹਦੀ ਜਿਹੜੀ ਘਰ ਵਾਲੀ ਹੈ ਉਹ ਵੀ ਕਹਿੰਦੀ ਹੈ ਵੀ ਹੁਣ ਤੁਸੀਂ ਇਹਨੂੰ ਜਲਦੀ ਕਰੋ। ਗੁਰੂ ਮਹਾਰਾਜ ਮਤਲਬ ਇਸ ਕਿਸਮ ਦੇ ਪ੍ਰਮਾਣ ਵੀ ਆਪਣੀ ਬਾਣੀ ਦੇ ਵਿੱਚ ਇਹਨਾਂ ਸ਼ਲੋਕਾਂ ਤੋਂ ਪਹਿਲਾਂ ਦੇ ਚੁੱਕੇ ਨੇ। ਸੋ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਜਿੱਦਾਂ ਆਪਾਂ ਹੁਣ ਗੱਲ ਮੈਂ ਦੂਸਰੇ ਪੱਖ ਵੱਲ ਜਾਵਾਂਗਾ, ਟਾਈਮ ਦੀ ਮਤਲਬ ਬੰਦਿਸ਼ ਕਰਕੇ ਮੈਂ ਜ਼ਿਆਦਾ ਇੱਥੇ ਡਿਟੇਲ ਨਹੀਂ ਦੇਵਾਂਗਾ ਕਿ ਇਹਨਾਂ ਇਤਿਹਾਸਕ ਪਰਿਸਥਿਤੀਆਂ ਦੇ ਨਾਲ ਜੋੜਨ ਦਾ ਨਤੀਜਾ ਇਹ ਹੋਇਆ ਕਿ ਵਿਦਵਾਨਾਂ ਨੇ ਗੁਰੂ ਮਹਾਰਾਜ ਦੀ ਬਾਣੀ ਨੂੰ ਬਰਾਗਮਈ ਬਣਾ ਦਿੱਤਾ। ਤੇ ਬਰਾਗ ਦੀ ਵੀ ਆਪਾਂ ਜਦੋਂ ਗੱਲ ਕਰਾਂਗੇ ਕਿ ਜਿਹੜਾ ਇੱਕ ਡਿਵਾਈਨ ਕਿਸਮ ਦਾ ਬਰਾਗ ਹੈ, ਜਿਹਨੂੰ ਅਸੀਂ ਦੈਵੀ ਬਰਾਗ ਕਹਿੰਦੇ ਹਾਂ, ਇਹਨੂੰ ਇਸ ਵਿਆਖਿਆ ਦੀ ਬਰਾਗ ਤੱਕ ਸੀਮਿਤ ਕਰ ਦਿੱਤਾ। ਤੇ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਇਨਸਾਨੀ ਬਰਾਗ ਤੇ ਇੱਕ ਦੈਵੀ ਬਰਾਗ ਦੇ ਵਿੱਚ ਫਰਕ ਹੈ, ਸੋ ਇਹਦੇ ਨਾਲ ਗੁਰਬਾਣੀ ਦੀ ਜਿਹੜੀ ਵਿਆਖਿਆ ਫਿਰ ਉਹ ਵੀ ਸੀਮਿਤ ਹੋ ਜਾਂਦੀ ਹੈ। ਤੇ ਦੈਵੀ ਜਿਹੜਾ ਬਰਾਗ ਹੈ ਇਹਨੂੰ ਤੁਸੀਂ ਡਿਵਾਈਨ ਨੌਲੇਜ ਦੇ ਨਾਲ, ਦੈਵੀ ਗਿਆਨ ਦੇ ਨਾਲ ਸਮਝ ਸਕਦੇ ਆ। ਤੇ ਬਰਾਗ ਤਾਂ ਗੁਰੂ ਗੋਬਿੰਦ ਸਿੰਘ ਦੇ ਬਾਰੇ ਇੱਕ ਮਾਨਸਖਾਨੀ ਦਾ ਰੈਫਰੈਂਸ ਦੇ ਲਾਂਗੇ, ਕਿਸੇ ਵਿਦਵਾਨ ਦਾ ਲੈਣਾ ਵੀ ਪੰਜਾਬ ਯੂਨੀਵਰਸਿਟੀ ਦੀ ਕਿਤਾਬ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਗੁਰੂ ਤੇਗ ਬਹਾਦਰ ਜੀ ਦੇ ਪਦਿਆਂ ਵਿੱਚ ਨਿਰਲੇਪਤਾ ਤੇ ਬਰਾਗ ਤਿਆਗ ਉੱਤੇ ਬੜਾ ਜ਼ੋਰ ਦਿੱਤਾ। ਸੋ ਗੁਰਬਾਣੀ ਦੀ ਥੋੜੀ ਕੁ ਸਮਝ ਰੱਖਣ ਵਾਲਾ ਪਾਠਕ ਇਹ ਜਾਣਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਦਾ ਬਰਾਗ ਉਹਨਾਂ ਦਾ ਨਿੱਜੀ ਨਹੀਂ, ਬਲਕਿ ਇਸ ਦਾ ਸਿਧਾਂਤਕ ਆਧਾਰ ਉਹਨਾਂ ਦੀ ਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨਾਲ ਮਿਲਦਾ ਹੈ। ਸ਼ਲੋਕਾਂ ਜਾਂ 4 ਸ਼ਲੋਕਾਂ ਨੂੰ ਅਲੱਗ ਕਰਕੇ ਸਮਝਣ ਨਾਲ ਬਰਾਗ ਦਾ ਸਰੂਪ ਬਦਲ ਜਾਂਦਾ ਹੈ। ਜਿਵੇਂ ਡਾਕਟਰ ਤਾਲ ਸਿੰਘ ਨੇ ਇਹ ਧਾਰਨਾ ਬਣਾਈ ਹੈ ਕਿ ਗੁਰੂ ਜੀ ਨੇ ਸ਼ਹਾਦਤ ਤੋਂ ਪਹਿਲਾਂ ਕੈਦ ਵਿੱਚ ਸ਼ਲੋਕ ਲਿਖੇ ਹਨ। ਸ਼ਲੋਕਾਂ ਸੰਬੰਧੀ ਉਹ ਲਿਖਦੇ ਹਨ, ਗੱਲ ਕਿ ਇਹਨਾਂ ਸ਼ਲੋਕਾਂ ਦੇ ਉਚਾਰਨ ਦਾ ਠੀਕ ਸਮਾਂ ਆ ਗਿਆ। ਹੁਣ ਕੁਐਸਚਨ ਇਹ ਹੈ ਕਿ ਬਾਣੀ ਗੁਰੂ ਮਹਾਰਾਜ ਨੇ ਕਦੋਂ ਲਿਖੀ, ਕਦੋਂ ਉਚਾਰੀ, ਇਹਦੇ ਬਾਰੇ ਅਸੀਂ ਮਤਲਬ ਕੋਈ ਇਤਿਹਾਸਕ ਪ੍ਰਮਾਣ ਕਿਸੇ ਵੀ ਬਾਣੀ ਬਾਰੇ ਇੱਦਾਂ ਦੀ ਜਿਹੜੀ ਸਟੱਡੀ ਹੈ ਉਹ ਨਹੀਂ, ਕਿਉਂਕਿ ਉਹ ਇੱਕ ਦੈਵੀ ਗਿਆਨ ਹੈ। ਇਹ ਉਦੋਂ ਜਫਰਦੀਪ ਕਵੀ ਨੇ ਇਹ ਆਪਣੀ ਗੱਲ ਕਰ ਲੈਣਗੇ ਬਾਅਦ ਦੇ ਵਿੱਚ, ਜਦੋਂ ਵੀ ਕੋਈ ਖਿਆਲ ਆਉਂਦਾ ਹੈ, ਜਦੋਂ ਅਸੀਂ ਉਹਨੂੰ ਪੈਨ ਡਾਊਨ ਕਰਦੇ ਹਾਂ ਤੇ ਉਹ ਖਿਆਲ ਉਸ ਤੋਂ ਪਹਿਲਾਂ ਵੀ ਚੱਲ ਰਿਹਾ ਹੁੰਦਾ। ਇਸ ਕਰਕੇ ਜਿਹੜੇ ਗੁਰਬਾਣੀ ਦੇ ਜਿਹੜੇ ਵਿਚਾਰ ਨੇ ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਜੋ ਕੁਝ ਸਾਡੇ ਸਾਹਮਣੇ ਆਉਂਦਾ ਹੈ, ਇਹਨੂੰ ਅਸੀਂ ਪਹਿਲੀ ਬਾਣੀ ਦੇ ਨਾਲ ਮੇਲ ਕੇ ਦੇਖੀਏ। ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਕੁੱਲ ਆਪਣੀ ਬਾਣੀ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਜੋ ਤੋਂ ਪ੍ਰੇਮ ਖੇਲਣ ਕਾ ਜੋ ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਮਾਰਗ ਪੈਰ ਭੇਜੈ ਫਿਰ ਬੀਜੈ ਕਾਰਨਾ ਕੀਤਾ। ਬਲਕਿ ਜਦੋਂ ਬਾਬਰ ਨੇ ਹਮਲਾ ਕੀਤਾ, ਸਾਰੇ ਜਿਹੜੇ ਕਹਿੰਦੇ ਕਹੋਗੇ ਜਿਹੜੇ ਲੋਕ ਸੀਗੇ ਉਹ ਡਰੇ ਹੋਏ ਸੀ। ਇਸੇ ਤਰ੍ਹਾਂ ਹੀ ਆਪਾਂ ਇਕੱਲਾ ਗੁਰੂ ਨਾਨਕ ਪਾਤਸ਼ਾਹ ਦੀ ਨਹੀਂ ਗੱਲ ਕਰਦੇ, ਖੁਦ ਗੁਰੂ ਅਰਜਨ ਦੇਵ ਜੀ ਜਿਹੜੇ ਕਿ ਪਹਿਲੇ ਗੁਰੂ ਸ਼ਹੀਦ ਨੇ, ਉਹਨਾਂ ਦੀ ਬਾਣੀ ਦੇ ਵਿੱਚੋਂ ਵੀ ਆਪਾਂ ਰੈਫਰੈਂਸ ਲੈ ਸਕਦੇ ਹਾਂ। ਗੁਰੂ ਮਹਾਰਾਜ ਕਹਿੰਦੇ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕਾਂ ਰਾਹੀਂ ਜੀਵਨ ਮਰਨ ਦੇ ਸੱਚ ਨੂੰ ਪੇਸ਼ ਕੀਤਾ ਗਿਆ। ਤੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਪਹਿਲਾਂ ਲਿਖ ਰਹੇ ਨੇ ਕਿ ਉਹ ਜਿਹੜਾ ਸੱਚ ਹੈ, ਗੁਰੂ ਮਹਾਰਾਜ ਕਹਿੰਦੇ ਐਸਾ ਸੱਚ ਆ ਤੂੰ ਏਕੋ ਜਾਣ ਜੰਮਣ ਮਰਨਾ ਹੁਕਮ ਪਛਾਣ। ਤੇ ਜਿਹੜਾ ਗੁਰੂ ਮਹਾਰਾਜ ਨੇ ਜੋ ਬਾਣੀ ਦੇ ਵਿੱਚ ਫਿਲਾਸਫੀ ਸੀ, ਸ਼ਲੋਕਾਂ ਦੇ ਵਿੱਚ ਉਸੇ ਫਿਲਾਸਫੀ ਨੂੰ ਆਪਣੇ ਜ਼ਿਆਦਾ ਸਪਸ਼ਟ ਰੂਪ ਦੇ ਵਿੱਚ ਪੇਸ਼ ਕੀਤਾ ਗਿਆ। ਤੇ ਗੁਰਬਾਣੀ ਅਨੁਸਾਰ ਇਹ ਜੀਵਨ ਮੁਕਤ ਅਵਸਥਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਇਸ ਅਵਸਥਾ ਤੇ ਪਹੁੰਚ ਕੇ ਗੁਰੂ ਪਦਵੀ ਦੇ ਮਾਲਕ ਬਣ ਗਏ। ਹੁਣ ਜਦੋਂ ਅਸੀਂ ਗੁਰੂ ਦੀ ਗੱਲ ਕਰਦੇ ਹਾਂ ਤੇ ਗੁਰੂ ਆਪਾਂ ਆਪ ਕੁਰਬਾਨ ਕਰਦਾ, ਜਿਸ ਤਰ੍ਹਾਂ ਬਾਣੀ ਦੇ ਵਿੱਚ ਦਰਜ ਹੈ ਕਿ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਆਪਣਾ ਆਪ ਸਮਰਪਣ ਕਰਨਾ, ਜਿਹੜਾ ਕਿ ਰਿਲੀਜਨ ਦੀ ਇਹ ਡੈਫੀਨੇਸ਼ਨ ਵੀ ਹੈ ਕਿ ਕੰਪਲੀਟ ਸਰੈਂਡਰ,
ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗੁਰੂ ਰੂਪ ਦੇ ਤੌਰ ਤੇ ਪ੍ਰਗਟ ਹੁੰਦੇ ਨੇ, ਉਸ ਤੋਂ ਪਹਿਲਾਂ ਹੀ ਉਹਨਾਂ ਨੇ ਆਪਣਾ ਜਿਹੜੀਆਂ ਚਿੰਤਾਵਾਂ ਨੇ ਉਹ ਗੁਰੂ ਮਹਾਰਾਜ ਨੇ ਖਤਮ ਕਰ ਦਿੱਤੀਆਂ ਸੀ। ਜਿਹੜੀਆਂ ਇਹ ਚਿੰਤਾਵਾਂ ਸਾਡੇ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਗੁਰੂ ਮਹਾਰਾਜ ਨੇ ਆਪਣਾ ਮੈਸੇਜ ਦਿੱਤਾ। ਤੇ ਗੁਰੂ ਸਾਹਿਬ ਦੀ ਬਾਣੀ ਵਿਸ਼ੇਸ਼ ਕਰਕੇ ਸ਼ਲੋਕਾਂ ਨੂੰ ਸਮਝਣ ਸਮੇਂ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਬਾਣੀ ਇੱਕ ਹੈ, ਏਕਾ ਬਾਣੀ, ਇੱਕ ਗੁਰ, ਏਕੋ ਸ਼ਬਦ ਵਿਚਾਰ। ਤੇ ਇਸ ਤਰ੍ਹਾਂ ਗੁਰੂ ਤੀਸਰੇ ਪਾਤਸ਼ਾਹ ਤੀਸਰੇ ਮਹੱਲਾ ਇਹ ਕਹਿੰਦੇ ਆ, ਅੱਗੇ ਫਿਰ ਹੋਰ ਦੱਸਦੇ ਆ ਕਿ ਸੱਚਾ ਸ਼ਬਦ ਸੱਚੀ ਬਾਣੀ ਗੁਰਮੁਖ ਜੁਗ ਜੁਗ ਆਖ ਵਿਖਾਣੀ। ਤੇ ਬਾਣੀ ਦੀ ਏਕਤਾ ਨੂੰ ਕਾਲ ਦੀਆਂ ਵੰਡਾਂ ਜਾਂ ਨਿੱਜੀ ਹਿੱਤਾਂ ਤੱਕ ਸੀਮਤ ਨਹੀਂ ਕਰਨਾ ਚਾਹੀਦਾ। ਤੇ ਇਹ ਸ਼ਲੋਕ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਲਈ ਨਹੀਂ ਲਿਖੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸ਼ਲੋਕ ਆਦਿ ਗ੍ਰੰਥ ਵਿੱਚ ਚੜਾਏ। ਉਸ ਸਮੇਂ ਵੀ ਇੰਪੋਰਟੈਂਟ ਗੱਲ ਇਹ ਹੈ ਕਿ ਜਦੋਂ ਗੁਰੂ ਮਹਾਰਾਜ ਨੇ ਇਹ ਸ਼ਲੋਕ ਚੜਾਏ ਨੇ, ਉਹਨਾਂ ਦੇ ਚਾਰੋਂ ਪੁੱਤਰ, ਚਾਰੋਂ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸੀ। ਸ਼ਹਾਦਤ ਦੇ ਅਮਲ ਦੇ ਵਿੱਚ ਗੁਰੂ ਮਹਾਰਾਜ ਲੰਘ ਚੁੱਕੇ ਸੀ। ਸੋ ਗੁਰੂ ਅਮਲ ਜਿਹੜਾ ਹੈਗਾ, ਗੁਰੂ ਪੁੱਤਰਾਂ ਦੇ ਦੁਨਿਆਵੀ ਰਿਸ਼ਤੇ ਤੋਂ ਬਾਣੀ ਦੇ ਸਰੋਕਾਰ ਨੂੰ ਬਹੁਤ ਵਿਸ਼ਾਲ ਅਤੇ ਉੱਚੇ ਕੀਰਤੀਮਾਨ ਸਥਾਪਿਤ ਕਰਦਾ। ਹੁਣ ਮੈਂ ਸੰਖੇਪ ਦੇ ਵਿੱਚ ਜਿਹੜਾ ਸਾਡਾ ਦੂਸਰਾ ਪੱਖ ਹੈ ਵਿਆਖਿਆ ਵਾਲਾ, ਆਪਾਂ ਟੀਕਾਕਾਰੀ ਤੇ ਥੋੜੀ ਗੱਲ ਕਰ ਲਈ, ਥੋੜੀ ਇੰਟਰਪ੍ਰੀਟੇਸ਼ਨ ਦੇ ਬਾਰੇ ਆਪਾਂ ਗੱਲ ਕਰੀਏ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਸਿਧਾਂਤਕ, ਜਿਹੜੀ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹ ਬੇਸਿਕਲੀ ਸਿਧਾਂਤਕ ਹੈ। ਤੇ ਇੰਟਰਪ੍ਰੀਟੇਸ਼ਨ ਦੇ ਦੋ ਇੰਪੋਰਟੈਂਟ ਪਿਲਰਸ ਨੇ ਜਦੋਂ ਅਸੀਂ ਕਲਾਸੀਫਾਈ ਕਰਾਂਗੇ। ਇੱਕ ਤਾਂ ਹੈਗੇ ਹੈ ਫਿਲੋਜੀ, PHILOLOGY, ਫਿਲੋਜੀਕਲ ਐਨਾਲਿਸਿਸ। ਦੂਸਰਾ ਹੈ ਫਿਲੋਸਫੀਕਲ। ਇਹਨੂੰ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਕਿ ਇੱਕ ਪਾਸੇ ਸਾਡਾ ਹੈਗਾ ਭਾਸ਼ਾ ਵਿਗਿਆਨਕ ਤੇ ਦੂਸਰਾ ਸਾਡੇ ਕੋਲ ਫਿਲੋਸਫੀਕਲ। ਇਹਨਾਂ ਦੋਨਾਂ ਦੇ ਵਿੱਚ ਜਿਹੜੀ ਇੰਟਰਪ੍ਰੀਟੇਸ਼ਨ ਨੂੰ ਜਦੋਂ ਅਸੀਂ ਅੰਤਰ ਸੰਬੰਧਤਾ ਦੇ ਵਿੱਚ ਸਮਝਾਂਗੇ, ਜਦੋਂ ਅਸੀਂ ਭਾਸ਼ਾ ਵਿਗਿਆਨਕ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਉਚਾਰਨ ਤੋਂ ਲੈ ਕੇ ਵਿਆਕਰਨ ਸਾਰੇ ਉਹ ਪੱਖ ਸ਼ਾਮਲ ਹੋ ਜਾਂਦੇ ਨੇ। ਸ਼ਾਇਦ ਇਹਦੇ ਬਾਰੇ ਡਿਟੇਲ 'ਚ ਡਾਕਟਰ ਗੁਰਮੇਲ ਸਿੰਘ ਜੀ ਗੱਲ ਕਰ ਚੁੱਕੇ ਹੋਣਗੇ ਕਿ ਜਿਹੜਾ ਇਹਦਾ ਇੱਕ ਲਿੰਗੁਇਸਟਿਕਲ ਪੱਖ ਹੈ, ਜਦੋਂ ਤੱਕ ਅਸੀਂ ਕਿਸੇ ਸ਼ਬਦ ਦਾ ਉਹਦਾ ਭਾਸ਼ਾਗਤ ਐਨਾਲਿਸਿਸ ਨਹੀਂ ਕਰਾਂਗੇ, ਜਿੱਦਾਂ ਆਪਾਂ ਸੀਮਤ ਗੱਲ ਕਰਨ ਦੀ ਗੱਲ ਕਰਦੇ ਹਾਂ, ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ, ਗੁਰੂ ਮਹਾਰਾਜ ਕਹਿੰਦੇ ਕਿ ਤੂੰ ਦਰਿਆਓ, ਉਹਨੂੰ ਮਛਲੀ ਦੇ ਕੰਟੈਕਸਟ ਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਉਹਦਾ ਸਾਧਕ ਹੈ, ਮੰਨਣ ਵਾਲਾ ਇੱਕ ਮੱਛੀ ਦੇ ਤੌਰ ਤੇ ਅਕਾਲ ਪੁਰਖ ਨੂੰ ਇੱਕ ਦਰਿਆ ਦੇ ਤੌਰ ਤੇ ਹੈ। ਤੇ ਜਦੋਂ ਪੰਜਾਬ ਦਾ ਰੀਡਰ ਇਹਦੀ ਆਪਾਂ ਕਹੀਏ ਕਿ ਭਾਸ਼ਾ ਵਿਗਿਆਨਕ ਐਨਾਲਿਸਿਸ ਨਹੀਂ ਕਰੇਗਾ ਕਿ ਦਰਿਆ ਦੇ ਅਰਥ ਕੀ ਲੈਂਦਾ, ਉਹ ਦਰਿਆ ਦੇ ਅਰਥ ਜੇ ਤਾਂ ਅਸੀਂ ਪੰਜਾਬ ਦੇ ਵਿੱਚ ਰਹਿਣ ਵਾਲੇ ਹਾਂ ਤਾਂ ਲਾਜ਼ਮੀ ਸਾਡਾ ਇੱਕ ਜਿਹੜੇ ਜਿਵੇਂ ਸਤਲੁਜ ਰਵੀ ਜਾਂ ਇਸ ਦਰਿਆ ਦੇ ਤੌਰ ਤੇ ਲੈਣਗੇ। ਮੈਂ ਇਹ ਕਥਾ, ਇਹਦਾ ਰੈਫਰੈਂਸ ਮੇਰੇ ਕੋਲ ਇਹ ਹੈ, ਮੈਂ ਖੁਦ ਮੰਜੀ ਸਾਹਿਬ ਤੋਂ ਜਦੋਂ ਕਥਾ ਹੋ ਰਹੀ ਸੀ ਮੇਰੇ ਮਨ ਦੇ ਵਿੱਚ ਇਹ ਪਹਿਲਾ ਸਵਾਲ ਸੀ। ਇੱਕ ਦਿਨ ਇਹੀ ਸ਼ਬਦ ਆਇਆ, ਇਹ ਸ਼ਬਦ ਦੀ ਜਦੋਂ ਭਾਈ ਸਾਹਿਬ ਉੱਥੋਂ ਵਿਆਖਿਆ ਕਰ ਰਹੇ ਸੀ ਤੇ ਮੈਂ ਸੋਚ ਰਿਹਾ ਸੀ ਵੀ ਦੇਖਦੇ ਹਾਂ ਵੀ ਕਿੱਦਾਂ ਦੀ ਵਿਆਖਿਆ ਕਰਨਗੇ। ਉਹਨਾਂ ਨੇ ਵਿਆਖਿਆ ਕੀਤੀ ਕਿ ਦਰਿਆ ਦਾ ਮਤਲਬ ਜਿਹੜਾ ਅਕਾਲ ਪੁਰਖ ਹੈ, ਸੱਚੇ ਪਾਤਸ਼ਾਹ, ਉਹ ਕੰਟੀਨਿਊਟੀ ਦੇ ਵਿੱਚ ਹੈ, ਲਗਾਤਾਰਤਾ ਦੇ ਵਿੱਚ ਹੈ। ਜਿਵੇਂ ਦਰਿਆ ਵਹਿੰਦਾ ਹੈ, ਦਰਿਆ ਦੇ ਵਹਿਣ ਦੀ ਤਰ੍ਹਾਂ ਜਿਹੜਾ ਸੱਚ ਹੈ ਉਹ ਵੀ ਲਗਾਤਾਰ ਮਤਲਬ ਬਦਲਦਾ ਰਹਿੰਦਾ, ਕੰਟੀਨਿਊਟੀ ਦੇ ਵਿੱਚ ਹੈ, ਤੇ ਅਕਾਲ ਪੁਰਖ ਵੀ ਕੰਟੀਨਿਊਟੀ ਦੇ ਵਿੱਚ ਹੈ। ਤੇ ਜਦੋਂ ਅਸੀਂ ਦਰਿਆ ਦੇ ਇੱਕ ਸਾਡੇ ਕੋਲ ਅਰਥ ਹੋਰ ਨੇ ਤੇ ਸਮੁੰਦਰ, ਹੁਣ ਭਾਸ਼ਾਗਤ ਤੌਰ ਤੇ ਇਹ ਸਾਨੂੰ ਭਾਸ਼ਾ ਵਿਗਿਆਨ ਨੇ ਦੱਸਣਾ ਹੈ ਕਿ ਜੇ ਤੁਸੀਂ ਉਹਦੇ ਸਮੁੰਦਰ ਦੇ ਤੌਰ ਤੇ ਅਰਥ ਲਓਗੇ ਤਾਂ ਫਿਰ ਜਿਹੜਾ ਅਕਾਲ ਪੁਰਖ ਹੈ ਜਾਂ ਸੱਚ ਹੈ ਉਹ ਸਾਨੂੰ ਬੜਾ ਅਨਲਿਮਟਿਡ, ਜਿਹਨੂੰ ਤੁਸੀਂ ਮਾਪ ਹੀ ਨਹੀਂ ਸਕਦੇ, ਜਿਹੜਾ ਕਿ ਗੁਰਬਾਣੀ ਦੇ ਵਿੱਚ ਬਾਰ-ਬਾਰ ਇਹ ਗੱਲ ਕਹੀ ਗਈ ਹੈ ਕਿ ਉਹਦਾ ਥਾਂ ਨਹੀਂ ਪਾਇਆ ਜਾ ਸਕਦਾ, ਬੇਅੰਤ ਹੈ ਜਿਹੜਾ ਪਾਰ ਬ੍ਰਹਮ ਹੈ। ਤੋ ਜਦੋਂ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੀ ਇੰਟਰਪ੍ਰੀਟੇਸ਼ਨ ਹੈ, ਸਾਡੀ ਇੰਟਰਪ੍ਰੀਟੇਸ਼ਨ ਦੇ ਵਿੱਚ ਇੱਕ ਤਾਂ ਲਿੰਗੁਇਸਟਿਕਲ ਪੱਖ, ਜਿਹਦੇ ਬਾਰੇ ਲੋਕੀ ਕਹਿੰਦੇ ਕਿ ਪ੍ਰੋਫੈਸਰ ਸਾਹਿਬ ਸਿੰਘ ਨੇ ਇਕੱਲੇ ਵਿਆਕਰਨ ਨੂੰ ਲਿਆ, ਤੇ ਫਿਰ ਇਸ ਕਰਕੇ ਸਾਹਿਬ ਸਿੰਘ ਜੀ ਦੀ ਆਲੋਚਨਾ ਹੁੰਦੀ ਹੈ ਕਿ ਉਹਨਾਂ ਦਾ ਜਿਹੜਾ ਭਾਵਨਾਤਮਕ ਪੱਖ ਹੈ, ਜਿਹਨੂੰ ਤੁਸੀਂ ਫਿਲੋਸਫੀਕਲ ਸਾਈਕੋਲੋਜੀਕਲ ਜਿਹੜਾ ਪੱਖ ਹੈ ਉਹ ਪਾਸੇ ਰਹਿ ਜਾਂਦਾ ਕਿ ਜਦੋਂ ਤੱਕ ਅਸੀਂ ਇਹਨਾਂ ਦੋਨਾਂ ਨੂੰ ਕੰਬਾਈਨ ਨਹੀਂ ਕਰਾਂਗੇ ਤਾਂ ਸਾਡੀ ਜਿਹੜੀ ਇੰਟਰਪ੍ਰੀਟੇਸ਼ਨ ਅੱਗੇ ਨਹੀਂ ਚੱਲੇਗੀ। ਤੇ ਦੂਸਰਾ ਹੈਗਾ ਕਿ ਫਿਰ ਗੁਰਬਾਣੀ ਦਾ ਵਿਆਖਿਆ ਸ਼ਾਸਤਰ, ਹਾਰਮੋਨੈਟਿਕਸ ਆਫ ਗੁਰਬਾਣੀ, ਤੇ ਗੁਰਬਾਣੀ ਦੀ ਅਸੀਂ ਵਿਆਖਿਆ ਕਿਸ ਆਧਾਰ ਦੇ ਉੱਤੇ ਕਰਨੀ ਹੈ,
ਸਾਨੂੰ ਇਹਦੇ ਬਾਰੇ ਮਤਲਬ ਹੁਣ ਤੱਕ ਅਸੀਂ ਇਹਦਾ ਨਾ ਕੋਈ ਵਿਆਖਿਆ ਸ਼ਾਸਤਰ ਡਿਵੈਲਪ ਕਰਨ ਦੇ ਲਈ ਯਤਨ ਨਹੀਂ ਕੀਤੇ। ਤੇ ਮਾਰਸ਼ਲ ਲਾਡੀ ਕਹਿੰਦਾ ਕਿ ਜਿਹੜਾ ਸੈਕਰੇਡ ਹੈ ਇਹਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹਦੇ ਲਈ ਉਹਨੇ ਕਿਹਾ ਕਿ ਕ੍ਰੀਏਟਿਵ ਹਾਰਮੋਨੈਟਿਕਸ, ਕਿ ਸੈਕਰੇਡ ਨੂੰ, ਪਵਿੱਤਰਤਾ ਨੂੰ ਤੁਸੀਂ ਕ੍ਰੀਏਟਿਵ ਹਾਰਮੋਨੈਟਿਕਸ ਦੇ ਨਾਲ ਸਮਝ ਸਕਦੇ ਹੋ, ਉਦਾਂ ਤੁਹਾਡੀ ਜਿਹੜੀ ਪਵਿੱਤਰਤਾ ਦੇ ਤੁਸੀਂ ਅਰਥ ਨਹੀਂ ਸਮਝ ਸਕਦੇ। ਸੋ ਇਸ ਕਰਕੇ ਮਾਰਸ਼ਲ ਲਾਡੀ ਕਹਿੰਦਾ ਕਿ ਪਵਿੱਤਰਤਾ ਨੂੰ, ਜਿਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਮਤਲਬ ਵੀ ਪਵਿੱਤਰਤਾ ਕੀ ਹੁੰਦੀ ਹੈ, ਫਿਰ ਉਹ ਕਹਿੰਦਾ ਕਿ ਪਵਿੱਤਰਤਾ ਉਹ ਹੁੰਦੀ ਹੈ ਜਿਹੜੀ ਆਪਣੇ ਆਪ ਪ੍ਰਗਟ ਹੁੰਦੀ, ਜਿਹੜੀ ਆਪਣੇ ਅਰਥ ਆਪ ਦਿੰਦੀ ਹੈ। ਸੋ ਜਿਹੜੀ ਸੈਕਰੇਡ ਹੈ ਜਾਂ ਸਕ੍ਰਿਪਚਰ ਹੈ ਜਾਂ ਬਾਣੀ ਹੈ, ਇਹਦੇ ਅਰਥ, ਜਿਹੜਾ ਅਰਥ ਸਮਝਣ ਵਾਲਾ ਹੈ ਉਹ ਕੀ ਅਰਥ ਲੈਂਦਾ ਇਹਦੇ ਉੱਤੇ ਡਿਪੈਂਡ ਕਰਦਾ। ਸੋ ਇੰਟਰਪ੍ਰੀਟੇਸ਼ਨ ਦੇ ਵਿੱਚ ਜਿਹੜੀ ਕ੍ਰੀਏਟਿਵ ਹਾਰਮੋਨੈਟਿਕਸ ਦਾ ਬੜਾ ਇੰਪੋਰਟੈਂਟ ਰੋਲ ਹੋ ਸਕਦਾ। ਤੇ ਦੂਸਰਾ, ਵੰਡਰਲਿਊ ਨੇ ਫਿਲਾਸਫੀ ਆਫ ਰਿਲੀਜਨ ਦੇ ਵਿੱਚ ਇੱਕ ਗੱਲ ਇੰਪੋਰਟੈਂਟ ਕਹੀ ਹੈ ਕਿ ਜਦੋਂ ਅਸੀਂ ਰਿਲੀਜਨ ਨੂੰ ਸਮਝਣਾ ਤਾਂ ਵੱਖ-ਵੱਖ ਜਿਹੜੇ ਉਹਦੇ ਪੱਖ ਨੇ ਉਹਨਾਂ ਨੂੰ ਕਲਾਸੀਫਾਈ ਕਰਨ ਤੋਂ ਬਾਅਦ ਜਿਸ ਗੱਲ ਤੇ ਉਹ ਜ਼ੋਰ ਦਿੰਦਾ ਕਿ ਧਰਮ ਨੂੰ ਸਮਝਣ ਦੇ ਲਈ ਸਾਨੂੰ ਇੱਕ ਡਿਸਕ੍ਰਿਪਟਿਵ ਮੈਥਡੋਲੋਜੀ ਅਡਾਪਟ ਕਰਨੀ ਚਾਹੀਦੀ ਹੈ, ਵਿਆਖਿਆਤਮਕ। ਜਦੋਂ ਅਸੀਂ ਡਿਟੇਲ ਦੇ ਵਿੱਚ ਜਾਵਾਂਗੇ, ਵਿਆਖਿਆ ਦੇ ਵਿੱਚ ਜਾਵਾਂਗੇ, ਤਾਂ ਫਿਰ ਸਾਨੂੰ ਧਰਮ ਸਮਝ ਦੇ ਵਿੱਚ ਆਏਗਾ। ਪਰੰਤੂ ਜਦੋਂ ਅਸੀਂ ਮੁਲੰਕਣ ਦੀ ਗੱਲ ਕਰਦੇ ਹਾਂ, ਸ਼ਲੋਕਾਂ ਦੇ ਕੰਟੈਕਸਟ ਦੇ ਵਿੱਚ ਆਪਾਂ ਗੱਲ ਕਰੀਏ, ਸ਼ਲੋਕਾਂ ਦੀ ਟੀਕਾਕਾਰੀ ਤਾਂ ਹੋਈ ਹੈ, ਸ਼ਲੋਕਾਂ ਦੀ ਜਿਹੜੀ ਡਿਸਕ੍ਰਿਪਟਿਵ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹਦੇ ਲਈ ਅਸੀਂ ਯਤਨ ਨਹੀਂ ਕੀਤੇ। ਇਹਦੇ ਬਾਰੇ ਸਾਨੂੰ ਯਤਨ ਕਰਨੇ ਚਾਹੀਦੇ ਨੇ। ਤੇ ਯਤਨ ਕਰਨ ਦੇ ਲਈ ਫਿਰ ਜਿਹੜੀ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਦੇ ਰਾਹੀਂ ਹੋਣੀ ਚਾਹੀਦੀ ਹੈ, ਕਿ ਨੀਡ ਟੂ ਅੰਡਰਸਟੈਂਡ ਦਾ ਸਟਰਕਚਰ ਆਫ ਦਾ ਗੁਰਬਾਣੀ। ਜੇਕਰ ਅਸੀਂ ਪਿਕ ਐਂਡ ਚੂਜ਼ ਕਰ ਲਵਾਂਗੇ, ਸਕ੍ਰਿਪਚਰ ਦੇ ਵਿੱਚੋਂ ਕੁਝ ਸ਼ਬਦ ਚੁਣ ਲਵਾਂਗੇ, ਤਾਂ ਉਹ ਫਿਰ ਗੁਰਬਾਣੀ ਦੇ ਲਿਹਾਜ਼ ਦੇ ਨਾਲ ਮਨਮਤੀ ਵਿਆਖਿਆ ਹੋਏਗੀ। ਮੇਰੇ ਮਨ ਦੇ ਵਿੱਚ ਉਦੋਂ ਵੀ ਇਹ ਪ੍ਰਸ਼ਨ ਪੈਦਾ ਹੁੰਦਾ ਸੀ, ਫਾਰ ਐਗਜ਼ਾਮਪਲ ਸਾਡੇ ਵਿੱਚ ਬਹੁਤੇ ਲੋਕ ਹੋਣਗੇ ਜਿਨ੍ਹਾਂ ਨੇ ਖਾੜਕੂਵਾਦ ਦਾ ਦੌਰ ਦੇਖਿਆ। ਗੁਰਬਾਣੀ ਤਾਂ ਇੱਕੋ ਹੀ ਹੈ, ਪਰੰਤੂ ਇੱਕ ਪਾਸੇ ਜਿਹੜੇ ਖਾੜਕੂ ਨੌਜਵਾਨ ਸੀ ਆਪਣੇ ਇਸ਼ਤਿਹਾਰਾਂ ਦੇ ਵਿੱਚ ਕਬੀਰ ਜੀ ਦਾ ਸ਼ਲੋਕ ਲਾਉਂਦੇ ਸੀ, ਤੇ ਉਹ ਸ਼ਲੋਕ ਡਾਕਟਰ ਪਰਮਵੀਰ ਸਿੰਘ ਜੀ ਇੱਥੇ ਬੈਠੇ ਨੇ, ਇਸ ਗੱਲ ਨੂੰ ਮੈਂ ਇੱਥੇ ਵੀ ਰਿਪੀਟ ਕਰਾਂਗਾ ਦੁਬਾਰੇ, ਕਿ ਜਿਹੜੀ ਬਾਣੀ ਹੈ, ਬਾਣੀ ਕਾਲ ਤੋਂ ਪਾਰ ਜਾਂਦੀ ਹੈ ਤੇ ਅਸੀਂ ਉਹਨੂੰ ਲਿਮਿਟ ਕਰ ਲੈਂਦੇ ਹਾਂ। ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਆਪਣਾ ਓਰੀਐਂਟੇਸ਼ਨ ਕੋਰਸ ਲਗਾਇਆ, ਉੱਥੇ ਇੱਕ ਵਿਦਵਾਨ ਸਾਨੂੰ ਲੈਕਚਰ ਦੇਣ ਆਏ। ਉਹਨਾਂ ਨੇ ਇਹ ਗੱਲ ਕਹੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਕਿ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੋੜੇ ਕੇ। ਅਸੀਂ ਡਾਕਟਰ ਪਰਮਵੀਰ ਸਿੰਘ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਡਾਕਟਰ ਸਾਹਿਬ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਹੀਂ ਹੈ ਸ਼ਬਦ, ਇਹ ਕਬੀਰ ਜੀ ਦਾ ਹੈ। ਪਰ ਉਹ ਮੰਨਣ ਚ ਹੀ ਨਾ ਆਉਣ, ਕਿਉਂਕਿ ਉਹ ਡੀਨ ਸੀ, ਅਸੀਂ ਮਤਲਬ ਬੜੇ ਜੂਨੀਅਰ ਲੈਕਚਰਰ ਸੀ। ਹਾਲਾਂਕਿ ਜਿਹੜੇ ਪ੍ਰਬੰਧਕ ਵੀ ਨਾਰਾਜ਼ ਹੋਏ ਕਿ ਤੁਸੀਂ ਸਾਡੇ ਡੀਨ ਸਾਹਿਬ ਨੂੰ ਸਵਾਲ ਕਰਕੇ ਨਿਰਾਸ਼ ਕਰਤਾ। ਅਸੀਂ ਕਹਿੰਦੇ ਮਸਲਾ ਬਾਣੀ ਦਾ ਤੇ ਤੱਥਾਂ ਦਾ, ਸਾਨੂੰ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਚਾਹੀਦੀ ਹੈ। ਤੇ ਸੋ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਗੁਰਬਾਣੀ ਦੀ ਇੰਟਰਪ੍ਰੀਟੇਸ਼ਨ ਜਾਂ ਪਿਕ ਐਂਡ ਚੂਜ਼ ਦੇ ਨਾਲ, ਖਾੜਕੂ ਨੌਜਵਾਨਾਂ ਦੇ ਇਸ਼ਤਿਹਾਰਾਂ ਦੇ ਉੱਤੇ ਤਾਂ ਲੱਗਦਾ ਸੀਗਾ ਮਤਲਬ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਜਾਂ ਮਰਨਾ ਸੂਰੇ ਹੱਕ ਹੈ, ਜਾਂ ਮਤਲਬ ਜੋ ਤੋ ਪ੍ਰੇਮ ਖੇਲਣ ਕਾ ਚੋ, ਜਿਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਤੇ ਦੂਸਰੇ ਪਾਸੇ ਜਿਹੜੀ ਸਰਕਾਰ ਹੈ, ਸਰਕਾਰ ਨੇ ਦੂਸਰਾ ਲਾਉਣਾ ਸੀਗਾ ਅਵਲ ਅੱਲੇ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਸੇ ਸਭ ਜਗ ਉਪਜੇ ਕੌਣ ਭਲੇ ਕੌਣ ਮੰਦੇ। ਹੁਣ ਇਹ ਹੈਗਾ ਕਿ ਪ੍ਰਸੰਗ ਦੇ ਮੁਤਾਬਕ ਜਿਹੜੀ ਗੱਲ ਸਾਨੂੰ ਫਿੱਟ ਪੈਂਦੀ ਹੈ ਅਸੀਂ ਉਹਦੇ ਮੁਤਾਬਕ ਵਿਆਖਿਆ ਕਰ ਲੈਂਦੇ ਹਾਂ, ਪਰੰਤੂ ਗੁਰਬਾਣੀ ਦੀ ਵਿਆਖਿਆ ਦੇ ਲਈ ਇਹ ਜ਼ਰੂਰੀ ਹੋਏਗਾ ਕਿ ਜਿਹੜੀ ਸਾਡੀ ਵਿਆਖਿਆ ਉਹ ਗੁਰਬਾਣੀ ਦੇ ਸਟਰਕਚਰ ਦੇ ਮੁਤਾਬਕ, ਬਾਣੀ ਦੀ ਬਣਤਰ ਦੇ ਮੁਤਾਬਕ ਹੋਣੀ ਚਾਹੀਦੀ ਹੈ। ਅਗਲਾ ਹੈਗਾ ਇਪਿਸਟੋਮੋਲੋਜੀਕਲ, ਜਿਹਨੂੰ ਅਸੀਂ ਕਹਿੰਦੇ ਕਿ ਗਿਆਨ ਸ਼ਾਸਤਰ। ਗੁਰਬਾਣੀ ਦੀ ਵਿਆਖਿਆ ਦੇ ਲਈ ਗਿਆਨ ਸ਼ਾਸਤਰ ਦੀਆਂ ਜਿਹੜੀਆਂ ਵੱਖ-ਵੱਖ ਵਿਧੀਆਂ ਨੇ, ਜਦੋਂ ਤੱਕ ਕਿ ਅਸੀਂ ਉਹਨਾਂ ਦੀ ਵਰਤੋਂ ਨਹੀਂ ਕਰਾਂਗੇ ਉਦੋਂ ਤੱਕ ਗੁਰਬਾਣੀ ਦੀ ਵਿਆਖਿਆ ਦੇ ਵਿੱਚ ਅਸੀਂ ਅੱਗੇ ਨਹੀਂ ਵਧਾਂਗੇ। ਜਦੋਂ ਅਸੀਂ ਇਹਨਾਂ ਵਿਧੀਆਂ ਦੀ ਗੱਲ ਕਰਦੇ ਹਾਂ, ਇਹ ਫਿਲਾਸਫੀਕਲ ਵੀ ਹੋ ਸਕਦੀਆਂ ਨੇ, ਲਿਟਰੇਰੀ ਵੀ ਸਟੱਡੀ ਦੀਆਂ ਜਿਹੜੀਆਂ ਮੈਥਡੋਲੋਜੀ ਹੋ ਸਕਦੀਆਂ ਨੇ, ਸਾਈਕੋਲੋਜੀਕਲ ਨੇ, ਲਿੰਗੁਇਸਟਿਕਲ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਜਿਹੜੇ ਡਿਫਰੈਂਟ ਗਿਆਨ ਸ਼ਾਸਤਰ ਨੇ, ਵੱਖ-ਵੱਖ ਵਿਧੀਆਂ ਨੇ, ਉਹਨਾਂ ਨੂੰ ਅਸੀਂ ਸਮੁੱਚੇ ਰੂਪ ਦੇ ਵਿੱਚ, ਅੱਜ ਕੱਲ੍ਹ
ਜਿਹੜੀ ਲੇਟੈਸਟ ਮੈਥਡੋਲੋਜੀ ਚੱਲਦੀ ਹੈ, ਜਿਵੇਂ ਪਹਿਲਾਂ ਇੱਕ ਟ੍ਰਾਇੰਗਲ ਮੈਥਡੋਲੋਜੀ ਆਈ ਸੀ ਤੇ ਹੁਣ ਬੜੀ ਇੱਕ ਮਿਕਸਡ ਮੈਥਡੋਲੋਜੀ ਦੀ ਗੱਲ ਚੱਲਦੀ ਹੈ ਕਿ ਸਾਨੂੰ ਜਿੱਥੋਂ ਵੀ ਮਤਲਬ ਆਪਣੇ ਆਈਡੀਆ ਨੂੰ ਟੈਸਟ ਕਰਨ ਦੇ ਵੱਖ-ਵੱਖ ਜਿਹੜੇ ਮੈਥਡ ਨੇ ਉਹ ਅਡਾਪਟ ਕਰਨੇ ਚਾਹੀਦੇ ਨੇ। ਇਹਦੇ ਬਾਰੇ ਮੈਂ ਥੋੜੀ ਜਿਹੀ ਗੱਲ ਕਰਨਾ ਚਾਹਾਂਗਾ ਕਿ ਮਤਲਬ ਕਿੱਦਾਂ ਹੋਣੀ ਚਾਹੀਦੀ ਹੈ, ਕਿਉਂਕਿ ਡਾਕਟਰ ਰਜਿੰਦਰਪਾਲ ਜੀ ਸਾਡੇ ਤੇ ਕਈ ਵਾਰੀ ਇਦਾਂ ਦੀ ਗੱਲ ਕਰਦੇ ਆ ਕਿ ਬਹੁਤ ਸਾਰੇ ਸਕਾਲਰ ਸੈਮੀਨਾਰਾਂ ਦੇ ਵਿੱਚ ਗੱਲ ਤਾਂ ਕਰ ਜਾਂਦੇ ਨੇ, ਪਰੰਤੂ ਉਹਦਾ ਕੋਈ ਅਲਟਰਨੇਟਿਵ ਕਿ ਜਿਹੜੀ ਗੱਲ ਤੁਸੀਂ ਕੀਤੀ ਹੈ ਤਾਂ ਭਾਈ ਇਹਨੂੰ ਕਿੱਦਾਂ ਕਰਨਾ ਚਾਹੀਦਾ, ਵੀ ਸਾਨੂੰ ਇਹਦੇ ਬਾਰੇ ਵੀ ਆਪਣੀ ਰਾਏ ਦੇਣੀ ਚਾਹੀਦੀ ਹੈ। ਭਾਵੇਂ ਇਹਦੇ ਬਾਰੇ ਕੋਈ ਬੰਦਾ ਸਾਡੇ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ, ਪਰੰਤੂ ਮਤਲਬ ਜੇ ਇੰਟਰਪ੍ਰੀਟੇਸ਼ਨ ਹੋਵੇ ਤਾਂ ਕਿਵੇਂ ਹੋਵੇ। ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਗੁਰਬਾਣੀ ਦੇ ਅਰਥ ਆਪ ਲੈ ਜਾਣ। ਮਤਲਬ ਜਿੱਦਾਂ ਅਸੀਂ ਜਿਹਨੂੰ ਲਿਟਰੇਚਰ ਦੇ ਵਿਦਿਆਰਥੀ ਕਹਿੰਦੇ ਕਿ ਪਾਠਗਤ ਅਧਿਐਨ, ਟੈਕਸਚੁਅਲ, ਵੀ ਟੈਕਸਟ ਉਹਨੂੰ ਕੀ ਮੈਸੇਜ ਟੈਕਸਟ ਵੱਲੋਂ ਦਿੱਤਾ ਗਿਆ, ਭਾਵ ਸਕ੍ਰਿਪਚਰ ਦਾ ਸੰਦੇਸ਼ ਕੀ ਹੈ, ਅਸੀਂ ਉਹਨੂੰ ਸਮਝਣ ਦਾ ਯਤਨ ਕਰੀਏ। ਤੇ ਜਦੋਂ ਅਸੀਂ ਉਸ ਸੰਦੇਸ਼ ਨੂੰ ਸਮਝਾਂਗੇ ਫਿਰ ਮੈਂ ਫੈਨੋਮੋਲੋਜੀਕਲ ਮੈਥਡੋਲੋਜੀ ਜਿਹੜੀ ਵਾਂਡਰਲੂ ਨੇ ਦਿੱਤੀ ਹੈ, ਉਹ ਕਹਿੰਦਾ ਕਿ ਵੀ ਤੁਸੀਂ ਯੂ ਟਰਾਈ ਟੂ ਅੰਡਰਸਟੈਂਡ ਦਾ ਆਬਜੈਕਟ ਥਰੂ ਯੂਰ ਸਬਜੈਕਟਿਵਿਟੀ। ਜਿਹੜੀ ਅਸੀਂ ਪੁਰਾਣੀਆਂ ਮੈਥਡੋਲੋਜੀ ਨੇ, ਖਾਸ ਕਰਕੇ ਮਾਡਰਨਿਟੀ ਦੇ ਪ੍ਰਭਾਵ ਦੇ ਅਧੀਨ ਆਈਆਂ ਨੇ, ਅਸੀਂ ਜ਼ਿਆਦਾਤਰ ਆਬਜੈਕਟਿਵਿਟੀ ਤੇ ਜ਼ੋਰ ਦਿੱਤਾ ਕਿ ਵੀ ਸ਼ੁੱਡ ਬੀ ਆਬਜੈਕਟਿਵ, ਜਾਂ ਸਾਇੰਟੀਫਿਕ ਮੈਥਡੋਲੋਜੀ ਦਾ ਮਤਲਬ ਕਿ ਅਸੀਂ ਆਬਜੈਕਟਿਵ ਹੋਣਾ। ਪਰੰਤੂ ਵਾਂਡਰਲੂ ਕਹਿੰਦਾ ਕਿ ਆਬਜੈਕਟਿਵਿਟੀ ਨੂੰ ਤੁਸੀਂ ਆਪਣੀ ਸਬਜੈਕਟਿਵਿਟੀ ਦੇ ਨਾਲ ਸਮਝਣਾ, ਭਾਵ ਆਪਣੇ ਅੰਤਰੀਵ ਤੁਹਾਡੀਆਂ ਜਿਹੜੀਆਂ ਅੰਤਰ ਦ੍ਰਿਸ਼ਟੀਆਂ ਨੇ ਉਹਨਾਂ ਦੇ ਰਾਹੀਂ ਤੁਸੀਂ ਸਮਝੋਗੇ। ਪਰ ਨਾਲ ਦੀ ਨਾਲ ਉਹ ਫਿਰ ਇੱਥੇ ਇੱਕ ਇਹ ਵੀ ਦੱਸਦੇ ਨੇ ਕਿ ਜਦੋਂ ਤੁਸੀਂ ਸਬਜੈਕਟਿਵ ਅੰਡਰਸਟੈਂਡਿੰਗ ਕਰਨੀ ਹੈ ਤਾਂ ਜਿਹੜੇ ਤੁਹਾਡੇ ਪਹਿਲੇ ਖਿਆਲ ਨੇ ਉਹ ਪਾਸੇ ਰੱਖਣੇ ਨੇ, ਤੇ ਜਿਹੜੀ ਤੁਹਾਡੀ ਸਬਜੈਕਟਿਵਿਟੀ ਭਾਵ ਜਿਹੜਾ ਤੁਹਾਡਾ ਅਨੁਭਵ ਹੈ, ਐਕਸਪੀਰੀਅੰਸ ਦੇ ਨਾਲ ਗੁਰਬਾਣੀ ਨੂੰ ਸਮਝੋ। ਜਿਹੜੇ ਬਾਣੀ ਤੁਹਾਨੂੰ ਅਰਥ ਦਿੰਦੀ ਹੈ ਉਹਦੀ ਬ੍ਰੈਕਟਿੰਗ ਕਰਨੀ ਹੈ। ਬ੍ਰੈਕਟਿੰਗ ਦਾ ਮਤਲਬ ਵੀ ਉਹ ਅਰਥ ਅਸੀਂ ਸੰਭਾਲਣੇ ਨੇ। ਜਿਹੜਾ ਵੀ ਮੈਸੇਜ ਤੁਹਾਨੂੰ ਟੈਕਸਟ ਨੇ ਦਿੱਤਾ, ਬਾਣੀ ਨੇ ਦਿੱਤਾ, ਅਨੁਭਵ ਨੇ ਦਿੱਤਾ, ਉਹਨਾਂ ਅਰਥਾਂ ਦੀ ਬ੍ਰੈਕਟਿੰਗ ਦਾ ਮਤਲਬ ਹੈ ਕਿ ਅਸੀਂ ਉਹਨਾਂ ਨੂੰ ਸੰਭਾਲ ਕੇ ਰੱਖਣਾ, ਉਹਦੇ ਤੇ ਆਪਣੇ ਨਿੱਜੀ ਖਿਆਲ ਨਹੀਂ ਪਾਉਣੇ ਜਿਹੜੇ ਕਿ ਅਸੀਂ ਆਮ ਸੋਚਦੇ ਹਾਂ। ਤੇ ਦੂਸਰਾ ਫਿਰ ਸਟੈਪ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੇ ਹਾਂ ਕਿ ਜੇ ਅਸੀਂ ਸ਼ਲੋਕਾਂ ਦੀ ਵਿਆਖਿਆ ਕਰਨੀ ਹੈ ਤਾਂ ਪਹਿਲਾਂ ਟੈਕਸਟ ਦੇ ਅਰਥ ਲਈਏ, ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਸੰਦਰਭ ਦੇ ਵਿੱਚ ਅਰਥ ਲਈਏ, ਉਸ ਤੋਂ ਬਾਅਦ ਅਸੀਂ ਸਮੁੱਚੀ ਬਾਣੀ ਦੇ ਪ੍ਰਸੰਗ ਦੇ ਵਿੱਚ ਜਿਹੜੇ ਪਹਿਲਾਂ ਅਸੀਂ ਆਪ ਅਰਥ ਲਏ, ਫਿਰ ਅਰਥ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸਮੁੱਚੀ ਬਾਣੀ ਦੇ ਵਿੱਚੋਂ ਲਈਏ, ਕਿਉਂਕਿ ਇਕੱਲੇ ਸ਼ਲੋਕਾਂ ਦੇ ਨਾਲ ਨਹੀਂ, ਤੇ ਜਿਹੜੀ ਗੁਰੂ ਮਹਾਰਾਜ ਦੀ ਬਾਕੀ ਬਾਣੀ ਵੀ ਹੈ ਉਹਨਾਂ ਦੇ ਵਿੱਚੋਂ ਵੀ ਅਸੀਂ ਉਹਨਾਂ ਅਰਥਾਂ ਨੂੰ ਸਮਝ ਸਕਦੇ ਹਾਂ। ਤੇ ਫਿਰ ਅਸੀਂ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਰਥ ਲਈਏ। ਜਦੋਂ ਇਹ ਅਰਥ ਸਾਡੇ ਕੋਲ ਆ ਜਾਣਗੇ ਤਾਂ ਫਿਰ ਅਸੀਂ ਜਿਹੜੀਆਂ ਗਿਆਨ ਸ਼ਾਸਤਰ ਦੀਆਂ ਜਿਹੜੀਆਂ ਵਿਧੀਆਂ ਨੇ, ਜਿਹੜੀਆਂ ਮੈਂ ਡਿਫਰੈਂਟ ਮੈਥਡੋਲੋਜੀ ਦੀ ਗੱਲ ਕੀਤੀ ਹੈ, ਜਿਨ੍ਹਾਂ ਦੇ ਵਿੱਚ ਹਿਸਟੋਰੀਕਲ ਵੀ ਇੱਕ ਮੈਥਡੋਲੋਜੀ ਹੈ, ਪਰੰਤੂ ਅਸੀਂ ਜ਼ਿਆਦਾਤਰ ਸ਼ਲੋਕਾਂ ਦੀ ਵਿਆਖਿਆ ਹਿਸਟੋਰੀਕਲ ਕੰਟੈਕਸਟ ਦੇ ਵਿੱਚ ਹੀ ਕੀਤੀ ਹੈ, ਜਾਂ ਸਮੁੱਚੀ ਬਾਣੀ, ਜਾਂ ਈਵਨ ਆਪਾਂ ਸਿੱਖ ਸਟੱਡੀ ਦੀ ਗੱਲ ਕਰੀਏ, ਬਹੁਤੇ ਲੋਕ ਜਦੋਂ ਸਿੱਖ ਸਟੱਡੀ ਦੀ ਗੱਲ ਕਰਦੇ ਆ ਤਾਂ ਇਹਦਾ ਮਤਲਬ ਹਿਸਟੋਰੀਕਲ ਅੰਡਰਸਟੈਂਡਿੰਗ ਤੋਂ ਲੈ ਲੈਂਦੇ ਨੇ। ਅਸੀਂ ਹਜੇ ਗਿਆਨ ਸ਼ਾਸਤਰ ਦੀਆਂ ਜਿਹੜੀਆਂ ਮੈਥਡੋਲੋਜੀ ਨੇ, ਵਿਧੀਆਂ ਨੇ, ਉਹਨਾਂ ਨੂੰ ਡਿਵੈਲਪ ਕਰਨ ਦੇ ਮੁੱਢਲੇ ਪੜਾਅ ਦੇ ਉੱਤੇ ਆ। ਇਹਦੇ ਤੇ ਕਈ ਵਾਰੀ ਜਦੋਂ ਚਰਚਾ ਕਰਦੇ ਆ ਤਾਂ ਕਈ ਲੋਕੀ ਇਸ ਗੱਲ ਤੋਂ ਵੀ ਥੋੜਾ ਜਿਹਾ ਉਹਨਾਂ ਦੇ ਕਹਿੰਦੇ ਕਿ ਸਾਡੀ ਗੱਲ ਉੱਪਰੋਂ ਲੰਘ ਗਈ। ਕਹਿੰਦਾ ਭਾਵ ਅੱਜ ਵੀ ਅਸੀਂ ਲੋਕ ਕਥਾ ਕਹਾਣੀਆਂ ਦੇ ਨਾਲ ਗੱਲ ਕਰਦੇ। ਜੇ ਆਪਾਂ ਕੰਟੈਂਟ ਐਨਾਲਿਸਿਸ ਕਰੀਏ, ਮੰਜੀ ਸਾਹਿਬ ਤੋਂ ਤੁਸੀਂ ਕੱਲ ਹੀ ਵਿਆਖਿਆ ਸੁਣ ਲੈਣੀ, ਗੁਰੂ ਬਾਕ ਦੀ ਵਿਆਖਿਆ ਦੇ ਉੱਤੇ ਕਿੰਨੇ ਪਰਸੈਂਟ ਉਹਦੀ ਫਿਲਾਸਫੀਕਲ, ਸਾਈਕੋਲੋਜੀਕਲ ਜਾਂ ਗਿਆਨ ਸ਼ਾਸਤਰੀ ਵਿਆਖਿਆ ਹੁੰਦੀ ਹੈ ਤੇ ਹਿਸਟੋਰੀਕਲ ਕਿੰਨੀ ਹੁੰਦੀ ਹੈ, ਇਹ ਤੁਸੀਂ ਆਪ ਲੈ ਲਓ। ਮੈਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਦਵਾਂਗਾ, ਤੁਸੀਂ ਕੱਲ ਉਹਦਾ ਕੰਟੈਂਟ ਐਨਾਲਿਸਿਸ ਕਰਨਾ। ਕੰਟੈਂਟ ਐਨਾਲਿਸਿਸ ਦਾ ਮਤਲਬ ਕਿੰਨਾ ਕੰਟੈਂਟ ਗੁਰਬਾਣੀ ਤੇ ਆਧਾਰਿਤ ਹੈ, ਕਿੰਨਾ ਕੰਟੈਂਟ ਜਿਹੜਾ ਸਾਡਾ ਬਾਹਰ ਦੀਆਂ ਜਿਹੜੀਆਂ ਐਕਟੀਵਿਟੀ ਦੇ ਵਿੱਚ ਜਾਂ ਉਹਦੇ ਨਾਲ ਸੰਬੰਧਿਤ ਹੈ। ਸੋ ਫਿਰ ਗਿਆਨ ਸ਼ਾਸਤਰ ਦੇ ਜਿਹੜੀਆਂ ਵਿਧੀਆਂ ਨੇ, ਇਹਨਾਂ ਦੇ ਨਾਲ ਅਸੀਂ ਇਹਨਾਂ ਦਾ ਐਨਾਲਿਸਿਸ ਕਰਾਂਗੇ। ਤੇ ਅਖੀਰ ਦੇ ਵਿੱਚ ਫਿਰ ਜਿਹੜੇ ਸਾਡੇ ਅਜੋਕੇ ਸਰੋਕਾਰ ਨੇ, ਸਾਡੀਆਂ ਅੱਜ ਦੀਆਂ ਜਿਹੜੀਆਂ ਪ੍ਰੋਬਲਮਸ ਨੇ, ਜਦ ਤੱਕ ਅਸੀਂ ਇਹਦੇ ਨਾਲ ਕੋਰਿਲੇਟ ਨਹੀਂ ਕਰਾਂਗੇ, ਭਾਵ ਐਪਲੀਕੇਸ਼ਨ, ਸੱਚ ਨੂੰ ਅਪਲਾਈਡ ਫਾਰਮ ਦੇ ਵਿੱਚ ਲੈ ਕੇ ਜਾਣਾ,
ਗੁਰੂ ਮਹਾਰਾਜ ਦੀ ਬਾਣੀ ਦਾ ਬਾਕੀ ਇਸ ਖਿੱਤੇ ਦੀਆਂ ਜਿਹੜੀਆਂ ਸਕ੍ਰਿਪਚਰ ਜਾਂ ਜੋ ਧਾਰਮਿਕ ਵਿਚਾਰ ਆਏ ਨੇ ਉਹਨਾਂ ਦੇ ਨਾਲੋਂ ਮੁੱਖ ਅੰਤਰ ਇਹੀ ਹੈ ਕਿ ਜੋ ਗੁਰੂ ਮਹਾਰਾਜ ਨੇ ਕਿਹਾ ਉਹ ਕਰਕੇ ਦਿਖਾਇਆ। ਗੁਰੂ ਅਮਲ ਜਿਹੜਾ 10 ਪਾਤਸ਼ਾਹੀਆਂ ਦੇ ਵਿੱਚ ਗੁਜ਼ਰਿਆ, ਜੋ ਗੁਰੂ ਦੂਸਰਿਆਂ ਤੋਂ ਆਸ ਕਰਦੇ ਨੇ ਉਹ ਗੁਰੂ ਮਹਾਰਾਜ ਨੇ ਆਪ ਕਰਕੇ ਦਿਖਾਇਆ। ਜਿੰਨੀਆਂ ਇੰਸਟੀਟਿਊਸ਼ਨਸ ਗੁਰੂ ਮਹਾਰਾਜ ਨੇ ਡਿਵੈਲਪ ਕੀਤੀਆਂ, ਜਾਂ ਜਦੋਂ ਅਸੀਂ ਗੁਰੂ ਮਹਾਰਾਜ ਦੀ ਗੱਲ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮਰਿਓ, ਖੁਦ ਗੁਰੂ ਨੇ ਪਹਿਲਾਂ ਆਪ ਆਪਣੇ ਆਪ ਨੂੰ ਉਸ ਸ਼ਹਾਦਤ ਦੇ ਲਈ ਸਮਰਪਿਤ ਕੀਤਾ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਕਿ ਗੁਰੂ ਖੁਦ ਅੱਗੇ ਆਏ, ਜਿੱਥੇ ਕਿਹਾ ਕਿ ਜਿਹੜਾ ਸਰੀਰ ਹੈ ਜਿਹਨੂੰ ਤੁਸੀਂ ਨਾਸ਼ਵਾਨ ਕਰ ਰਹੇ ਹੋ ਇਹ ਇੰਪੋਰਟੈਂਟ ਨਹੀਂ ਹੈ। ਤੇ ਗੁਰੂ ਦੀ ਸ਼ਹਾਦਤ ਨਾ ਔਰੰਗਜ਼ੇਬ ਲੈ ਸਕਦਾ ਹੈ ਤੇ ਨਾ ਹੀ ਜਹਾਂਗੀਰ ਲੈ ਸਕਦਾ, ਕਿਉਂਕਿ ਗੁਰੂ ਸੱਚ ਹੈ, ਜਿੰਦਾ ਹੈ, ਸਦੀਵ ਰਹੇਗਾ। ਸ਼ਹਾਦਤ ਦੇ ਨਾਲ ਗੁਰੂ ਮਹਾਰਾਜ ਨੇ ਸਾਨੂੰ ਜ਼ਿੰਦਗੀ ਤੇ ਮੌਤ ਦੇ ਅਰਥ ਸਮਝਾਏ। ਜਦੋਂ ਕਿ ਅਸੀਂ ਜ਼ਿੰਦਗੀ ਨੂੰ ਬੜੇ ਲਿਮਟਿਡ ਅਰਥਾਂ ਦੇ ਵਿੱਚ ਸਮਝਦੇ ਹਾਂ। ਮੈਂ ਇੱਕੋ ਹੀ ਰੈਫਰੈਂਸ ਲੈ ਲਵਾਂਗਾ ਕਿ ਅਸੀਂ ਬਾਣੀ ਦੇ ਵਿੱਚੋਂ ਮਨ ਦਾ ਤੁਸੀਂ ਐਨਾਲਿਸਿਸ ਕਰਕੇ ਦੇਖਿਓ। ਮਨ ਨੂੰ ਗੁਰਬਾਣੀ ਨੇ ਇੱਕ ਕੰਟੀਨਿਊਟੀ ਦੇ ਵਿੱਚ ਰੱਖਿਆ ਹੋਇਆ। ਅਸੀਂ ਮਨ ਨੂੰ ਸੋਸ਼ੋਲੋਜੀਕਲ ਜਾਂ ਸਾਈਕੋਲੋਜੀਕਲ ਜਾਂ ਕੇਵਲ ਆਪਣੇ ਜੀਵਨ ਤੱਕ ਹੀ ਸੀਮਿਤ ਕਰ ਲੈਂਦੇ ਹਾਂ, ਤੇ ਗੁਰਬਾਣੀ ਸਾਨੂੰ ਉਸ ਆਦ ਸੱਚ ਦੇ ਨਾਲ ਜੋੜਨ ਦੇ ਕਹਿੰਦੀ ਹੈ। ਤੇ ਉਸ ਸੱਚ ਦੇ ਨਾਲ ਹੀ ਗੁਰੂ ਮਹਾਰਾਜ ਜਦੋਂ ਕਹਿੰਦਾ ਕਿ ਗੋਬਿੰਦ ਨੂੰ ਗਾਉਣ ਦੀ ਗੱਲ ਹੈ, ਤੇ ਸਾਨੂੰ ਉਸ ਸੱਚ ਦੇ ਨਾਲ ਜਿਹੜਾ ਕਿ ਸਾਡਾ ਸਭ ਦਾ ਮੂਲ ਹੈ, ਜਿਹਦੇ ਕਰਕੇ ਸਾਡਾ ਜੀਵਨ ਹੈ, ਜਿਸ ਕਰਕੇ ਅਸੀਂ ਜਿੰਦਾ, ਤੇ ਸਾਨੂੰ ਉਹ ਸੱਚ ਦੇ ਨਾਲ ਜੁੜਨਾ ਚਾਹੀਦਾ ਤੇ ਉਸ ਸੱਚ ਦੀ ਖੋਜ ਕਰਨੀ ਚਾਹੀਦੀ ਹੈ। ਪਰ ਕਿਉਂਕਿ ਅਸੀਂ ਮਨੁੱਖਾਂ ਇਸ ਜਗਤ ਦੇ ਵਿੱਚ ਰਹਿੰਦੇ ਹਾਂ, ਜੋ ਆਲੇ ਦੁਆਲੇ ਅਸੀਂ ਸੁਣਦੇ ਹਾਂ ਉਹਦਾ ਸੁਣਨ ਦਾ ਸਾਡੇ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ, ਤੇ ਇਹ ਪ੍ਰਭਾਵ ਗੁਰਬਾਣੀ ਦੀ ਟੀਕਾਕਾਰੀ ਦੇ ਉੱਤੇ ਵੀ ਪਿਆ। ਤੇ ਵਿਆਖਿਆ ਵਾਲੇ ਪਾਸੇ ਅਸੀਂ ਬਹੁਤੇ ਕਦਮ ਨਹੀਂ ਵਧਾਏ, ਤੇ ਅਖੀਰ ਦੇ ਵਿੱਚ ਮੈਂ ਟਾਈਮ ਵੀ ਮੇਰਾ ਜਿੱਦਾਂ ਮੈਂ ਕਿਹਾ 12:15 ਤੱਕ ਮੈਂ ਸਮਾਪਤ ਕਰਾਂਗਾ। ਅਖੀਰ ਦੇ ਵਿੱਚ ਮੈਂ ਫਿਰ ਡਾਕਟਰ ਰਜਿੰਦਰਪਾਲ ਸਿੰਘ ਜਿਹੜੇ ਕਿ ਵਰਕਸ਼ਾਪ ਦੇ ਕਨਵੀਨਰ ਨੇ, ਡਾਕਟਰ ਸਰਜੀਤ ਸਿੰਘ ਮੁਖੀ ਪੰਜਾਬੀ ਵਿਭਾਗ ਤੇ ਰਾਜਵਿੰਦਰ ਸਿੰਘ, ਇਹਨਾਂ ਨੂੰ ਮੁਬਾਰਕਬਾਦ ਦਿੰਦਾ। ਨਾ ਸਿਰਫ ਇਹਨਾਂ ਨੇ ਮੈਨੂੰ ਮੌਕਾ ਦਿੱਤਾ, ਬਲਕਿ ਇੱਕ ਗੁਰਬਾਣੀ ਟੀਕਾਕਾਰੀ ਤੇ ਵਿਆਖਿਆ ਦੇ ਜਿਹੜੇ ਅੰਤਰ ਸੰਬੰਧਾਂ ਨੂੰ ਸਮਝਣ ਦੇ ਲਈ ਸਾਨੂੰ ਇੱਕ ਹਲੂਣਾ ਵੀ ਦਿੱਤਾ ਹੈ ਕਿ ਸਾਨੂੰ ਇਸ ਪਾਸੇ ਵੱਲ ਕੰਮ ਕਰਨਾ ਚਾਹੀਦਾ, ਇਸ ਪਾਸੇ ਵੱਲ ਸੋਚਣਾ ਚਾਹੀਦਾ। ਤੇ ਮੈਂ ਇੱਕ ਵਾਰ ਫਿਰ ਸਮੁੱਚੇ ਪੰਜਾਬੀ ਵਿਭਾਗ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਹੋਇਆ ਆਪਣੀ ਗੱਲ ਸਮਾਪਤ ਕਰਦਾ। ਗੱਲ ਕਰਦੇ ਹੋਏ ਕਈ ਵਾਰੀ ਕੋਈ ਘਾਟ ਵਾਧ ਰਹਿ ਜਾਂਦੀ ਹੁੰਦੀ ਹੈ, ਉਹਦੀ ਮੈਂ ਤੁਹਾਡੇ ਸਾਥ ਤੋਂ ਮਾਫੀ ਮੰਗ ਲੈਂਦਾ। ਸਮੇਂ ਦਾ ਮੈਂ ਆਪਣੇ ਵੱਲੋਂ ਖਿਆਲ ਰੱਖਣ ਦਾ ਯਤਨ ਕੀਤਾ। ਪੂਰੇ 12:15 ਹੋਏ ਨੇ, ਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ।